ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡੇ ਆਪਣੇ ਚੈਨਲ ਪੀਬੀ ਪੰਜਾਬੀ ਕਹਾਣੀਆਂ ਤੇ। ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਨਵੀਂ ਪੰਜਾਬੀ ਕਹਾਣੀ। ਮੇਰੀ ਮਾਂ ਬਹੁਤ ਕੋਸ਼ਿਸ਼ਾਂ ਤੋਂ ਬਾਅਦ ਮੇਰੇ ਵਿਆਹ ਲਈ ਰਾਜੀ ਹੋ ਗਈ। ਮੇਰਾ ਵਿਆਹ ਘਰ ਹੀ ਹੋ ਰਿਹਾ ਸੀ। ਅੱਜ ਮੈਂ ਬਹੁਤ ਖੁਸ਼ ਸੀ ਅਤੇ ਬਹੁਤ ਬੇਚੈਨੀ ਨਾਲ ਆਪਣੇ ਹੋਣ ਵਾਲੇ ਪਤੀ ਨੂੰ ਉਡੀਕ ਕਰ ਰਹੀ ਸੀ। ਅਸੀਂ ਹਮੇਸ਼ਾ ਲਈ ਇਕੱਠੇ ਹੋਣ ਵਾਲੇ ਸੀ। ਮੈਂ ਇਸ ਦਿਨ ਦਾ ਬੇਸਬਰੀ ਨਾਲ ਉਡੀਕ ਕਰ ਰਹੀ ਸੀ ਅਤੇ ਉਹ ਦਿਨ ਆ ਗਿਆ ਸੀ, ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਮਾਂ ਕਿੱਥੇ ਚਲੀ ਗਈ ਸੀ। ਮੈਂ ਦੁਲਹਨ ਵਾਂਗ ਸਜੀ ਹੋਈ ਸੀ। ਮੇਰੇ ਵਿਆਹ ਵਿੱਚ ਮੇਰੇ ਕੋਲ ਸਿਰਫ ਮੇਰੀ ਮਾਂ ਹੀ ਸੀ। ਸਾਡਾ ਕੋਈ ਹੋਰ ਰਿਸ਼ਤੇਦਾਰ ਨਹੀਂ ਸੀ। ਕਾਫੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਮੈਂ ਆਪਣੇ ਪਤੀ ਜਗਵੀਰ ਨੂੰ ਫੋਨ ਕੀਤਾ, ਪਰ ਉਸ ਦਾ ਫੋਨ ਨਹੀਂ ਲੱਗ ਰਿਹਾ ਸੀ। ਮੈਂ ਮਾਂ ਨੂੰ ਫੋਨ ਕੀਤਾ ਅਤੇ ਪੁੱਛਿਆ ਕਿ ਤੁਸੀਂ ਕਿੱਥੇ ਹੋ ਅਤੇ ਤੁਸੀਂ ਅਜੇ ਤੱਕ ਕਿਉਂ ਨਹੀਂ ਆਏ। ਮਾਂ ਨੇ ਘਬਰਾਈ ਹੋਈ ਆਵਾਜ਼ ਵਿੱਚ ਕਿਹਾ ਕਿ ਮੈਂ ਆ ਰਹੀ ਹਾਂ। ਆਪਣਾ ਖਿਆਲ ਰੱਖੋ, ਘਰ ਕੋਈ ਆਵੇ ਤਾਂ ਦਰਵਾਜ਼ਾ ਨਾ ਖੋਲ੍ਹਣਾ। ਮੈਂ ਆਪਣੀ ਮਾਂ ਨੂੰ ਪੁੱਛਿਆ ਕਿ ਤੁਸੀਂ ਐਵੇਂ ਕਿਉਂ ਕਹਿ ਰਹੇ ਹੋ, ਜਗਵੀਰ ਆਉਣ ਹੀ ਵਾਲਾ ਹੈ। ਮਾਂ ਨੇ ਕਿਹਾ ਕਿ ਜਗਵੀਰ ਆਉਣ 'ਤੇ ਵੀ ਤੁਸੀਂ ਦਰਵਾਜ਼ਾ ਨਹੀਂ ਖੋਲ੍ਹੋਗੇ। ਮੈਂ ਮਾਂ ਨੂੰ ਪੁੱਛਿਆ ਕਿ ਮੈਂ ਜਗਵੀਰ ਲਈ ਦਰਵਾਜ਼ਾ ਕਿਉਂ ਨਾ ਖੋਲ੍ਹਾਂ। ਮਾਂ ਨੇ ਕਿਹਾ ਜਿਵੇਂ ਮੈਂ ਕਿਹਾ ਉਵੇਂ ਹੀ ਕਰੋ। ਇਹ ਕਹਿ ਕੇ ਉਸਨੇ ਕਾਲ ਕੱਟ ਦਿੱਤੀ। 10 ਮਿੰਟ ਬਾਅਦ ਕਿਸੇ ਨੇ ਦਰਵਾਜ਼ਾ ਖੜਕਾਇਆ। ਮੈਂ ਪੁੱਛਿਆ ਕੌਣ ਹੈ, ਤਾਂ ਮਾਂ ਨੇ ਕਿਹਾ ਮੈਂ ਹਾਂ ਅਤੇ ਮੈਂ ਝੱਟ ਦਰਵਾਜ਼ਾ ਖੋਲ੍ਹਿਆ। ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਮਾਂ ਬਹੁਤ ਘਬਰਾਈ ਹੋਈ ਸੀ। ਉਸਨੇ ਮੈਨੂੰ ਆਪਣਾ ਸਮਾਨ ਜਲਦੀ ਪੈਕ ਕਰਨ ਲਈ ਕਿਹਾ ਕਿ ਸਾਨੂੰ ਇਸੇ ਸਮੇਂ ਹੀ ਇੱਥੋਂ ਜਾਣਾ ਪੈਣਾ ਹੈ। ਮੈਂ ਕਿਹਾ ਇਹ ਕੀ ਕਹਿ ਰਹੇ ਹੋ, ਅੱਜ ਮੇਰਾ ਵਿਆਹ ਹੈ ਤੇ ਬਰਾਤ ਆਉਣ ਵਾਲੀ ਹੈ, ਅਸੀਂ ਇੱਥੋਂ ਨਹੀਂ ਜਾ ਸਕਦੇ। ਮਾਂ ਨੇ ਕਿਹਾ ਜਿਵੇਂ ਮੈਂ ਕਹਿ ਰਹੀ ਹਾਂ, ਮੈਂ ਤੁਹਾਨੂੰ ਰਸਤੇ ਵਿੱਚ ਸਭ ਕੁਝ ਦੱਸਾਂਗੀ। ਮੈਂ ਉੱਥੇ ਖੜੀ ਮਾਂ ਨੂੰ ਦੇਖਦੀ ਰਹੀ। ਮਾਂ ਨੇ ਆਪਣੇ ਕੱਪੜੇ ਇੱਕ ਥੈਲੇ ਵਿੱਚ ਰੱਖੇ ਅਤੇ ਕੁਝ ਮੇਰੇ ਕੱਪੜੇ ਵੀ ਰੱਖ ਲਏ। ਇਸੇ ਦੌਰਾਨ ਕਿਸੇ ਨੇ ਦਰਵਾਜ਼ਾ ਖੜਕਾਇਆ। ਮਾਂ ਬਹੁਤ ਘਬਰਾ ਗਈ ਤੇ ਮੈਨੂੰ ਕਹਿਣ ਲੱਗੀ, ਮੈਂ ਤੈਨੂੰ ਕਿਹਾ ਸੀ ਕਿ ਜਲਦੀ ਕਰੋ, ਪਰ ਤੂੰ ਮੇਰੀ ਗੱਲ ਨਹੀਂ ਸੁਣੀ ਤੇ ਤੂੰ ਇੱਥੇ ਪੁੱਤ ਬਣ ਕੇ ਖੜੀ ਹੈ। ਆ ਜਾ, ਸਾਨੂੰ ਇੱਥੋਂ ਜਲਦੀ ਨਿਕਲਣਾ ਪਵੇਗਾ, ਨਹੀਂ ਤਾਂ ਪੁਲਿਸ ਸਾਨੂੰ ਫੜ ਕੇ ਲੈ ਜਾਵੇਗੀ। ਮੈਂ ਆਪਣੀ ਮਾਂ ਨੂੰ ਪੁੱਛਿਆ ਕਿ ਪੁਲਿਸ ਨੇ ਸਾਨੂੰ ਕਿਉਂ ਫੜਨਾ ਹੈ। ਮਾਂ ਨੇ ਕਿਹਾ ਤੁਹਾਡੇ ਹੋਣ ਵਾਲੇ ਪਤੀ ਨੂੰ ਸਾਡੀ ਸਾਰੀ ਸੱਚਾਈ ਪਤਾ ਲੱਗ ਗਈ ਹੈ। ਉਸੇ ਨੇ ਪੁਲਿਸ ਨੂੰ ਸਭ ਕੁਝ ਸੱਚਮੁੱਚ ਦੱਸ ਦਿੱਤਾ ਹੈ ਅਤੇ ਹੁਣ ਉਹ ਪੁਲਿਸ ਨਾਲ ਸਾਨੂੰ ਗ੍ਰਿਫਤਾਰ ਕਰਨ ਲਈ ਆ ਰਿਹਾ ਹੈ। ਮੈਂ ਆਪਣੀ ਮਾਂ ਵੱਲ ਸ਼ੱਕ ਦੀ ਨਜ਼ਰ ਨਾਲ ਦੇਖਿਆ ਅਤੇ ਉਸ ਨੂੰ ਪੁੱਛਿਆ ਕਿ ਮੈਂ ਕਿਵੇਂ ਵਿਸ਼ਵਾਸ ਕਰਾਂ ਕਿ ਤੁਸੀਂ ਸੱਚ ਬੋਲ ਰਹੇ ਹੋ, ਕਿਉਂਕਿ ਤੁਸੀਂ ਤਾਂ ਪਹਿਲਾਂ ਹੀ ਇਹ ਵਿਆਹ ਤੋਂ ਰਾਜ਼ੀ ਨਹੀਂ ਸੀ। ਤਾਂ ਅਜਿਹਾ ਹੋ ਸਕਦਾ ਹੈ ਕਿ ਤੁਸੀਂ ਮੇਰੇ ਨਾਲ ਝੂਠ ਬੋਲ ਰਹੇ ਹੋ ਤਾਂ ਕਿ ਵਿਆਹ ਨਾ ਹੋ ਸਕੇ। ਮਾਂ ਨੇ ਕਿਹਾ ਮੈਂ ਤੇਰੇ ਹੋਣ ਵਾਲੇ ਸਹੁਰੇ ਘਰ ਗਈ ਸੀ। ਜਿਵੇਂ ਹੀ ਮੈਂ ਉੱਥੇ ਗੇਟ ਤੇ ਪਹੁੰਚੀ, ਤੁਹਾਡਾ ਹੋਣ ਵਾਲਾ ਪਤੀ ਪੁਲਿਸ ਨਾਲ ਗੱਲ ਕਰ ਰਿਹਾ ਸੀ। ਕਹਿ ਰਿਹਾ ਸੀ ਕਿ ਕਾਜਲ ਨੇ ਮੇਰੇ ਨਾਲ ਧੋਖਾ ਕੀਤਾ ਹੈ। ਮੈਂ ਲੁਕ ਛੁਪ ਕੇ ਉਸਦੀ ਸਾਰੀ ਗੱਲ ਸੁਣਦੀ ਰਹੀ। ਇਸ ਲਈ ਮੈਂ ਉਹਨਾਂ ਦੀ ਗੱਲ ਸੁਣ ਕੇ ਜਲਦੀ ਘਰ ਵਾਪਸ ਆ ਗਈ ਅਤੇ ਇਸ ਲਈ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਇੱਥੋਂ ਚਲੇ ਜਾਓ, ਨਹੀਂ ਤਾਂ ਅਸੀਂ ਫੜੇ ਜਾਵਾਂਗੇ। ਉਸ ਸਮੇਂ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਕੀ ਕਰਾਂ। ਮੈਨੂੰ ਨਹੀਂ ਪਤਾ ਸੀ ਕਿ ਮਾਂ ਸੱਚ ਬੋਲ ਰਹੀ ਹੈ ਜਾਂ ਝੂਠ। ਦਰਵਾਜ਼ਾ ਖੋਲ੍ਹਣ ਦੇ ਬਾਅਦ ਹੀ ਮੈਂ ਇਹ ਦੇਖ ਸਕਦੀ ਕਿ ਉੱਥੇ ਪੁਲਿਸ ਆਈ ਸੀ ਜਾਂ ਕੋਈ ਹੋਰ ਆਇਆ ਸੀ, ਅਤੇ ਜੇਕਰ ਮਾਂ ਸੱਚ ਬੋਲ ਰਹੀ ਹੁੰਦੀ ਤਾਂ ਪੁਲਿਸ ਉੱਥੇ ਹੀ ਹੁੰਦੀ ਤੇ ਸਾਨੂੰ ਗ੍ਰਿਫਤਾਰ ਕਰ ਲੈਂਦੀ। ਮਾਂ ਨੇ ਮੇਰਾ ਹੱਥ ਫੜਿਆ ਤੇ ਮੈਨੂੰ ਖਿੱਚ ਕੇ ਲੈ ਗਈ। ਅਸੀਂ ਪਿਛਲੇ ਦਰਵਾਜ਼ੇ ਰਾਹੀਂ ਚਲੇ ਗਏ। ਮਾਂ ਮੈਨੂੰ ਕਹਿ ਰਹੀ ਸੀ ਕਿ ਤੇਜ਼ ਚੱਲੋ, ਅਸੀਂ ਇੱਥੋਂ ਨਿਕਲਣਾ ਹੈ। ਭੱਜਦੇ ਹੋਏ ਅਸੀਂ ਸੜਕ ਤੇ ਪਹੁੰਚ ਗਏ। ਮਾਂ ਨੇ ਟੈਕਸੀ ਫੜੀ। ਅਸੀਂ ਟੈਕਸੀ ਵਿੱਚ ਬੈਠ ਗਏ। ਮਾਂ ਨੇ ਉਸ ਨੂੰ ਬੱਸ ਅੱਡੇ ਜਾਣ ਲਈ ਕਿਹਾ। ਟੈਕਸੀ ਵਿੱਚ ਬੈਠਦਿਆਂ ਹੀ ਮੈਂ ਜਗਵੀਰ ਬਾਰੇ ਸੋਚਿਆ ਕਿ ਉਹ ਮੈਨੂੰ ਬਹੁਤ ਪਿਆਰ ਕਰਦਾ ਸੀ। ਉਹ ਮੈਨੂੰ ਪੁਲਿਸ ਦੇ ਹਵਾਲੇ ਕਿਵੇਂ ਕਰ ਸਕਦਾ ਹੈ। ਮੈਂ ਮਾਂ ਨੂੰ ਪੁੱਛਿਆ ਕਿ ਤੁਸੀਂ ਮੈਨੂੰ ਉੱਥੋਂ ਕਿਉਂ ਲੈ ਕੇ ਆਏ ਹੋ। ਉਹ ਹੋ ਸਕਦਾ ਹੈ ਕਿ ਜਗਵੀਰ ਹੀ ਦਰਵਾਜ਼ੇ 'ਤੇ ਹੋਵੇ ਅਤੇ ਉਹ ਮੈਨੂੰ ਲੈਣ ਆਇਆ ਹੋਵੇ। ਮਾਂ ਨੇ ਕਿਹਾ ਤੁਸੀਂ ਪੂਰੀ ਤਰ੍ਹਾਂ ਪਾਗਲ ਹੋ ਗਏ ਹੋ। ਪੁਲਿਸ ਜਗਵੀਰ ਦੇ ਨਾਲ ਦਰਵਾਜ਼ੇ 'ਤੇ ਸੀ ਅਤੇ ਉਹ ਸਾਨੂੰ ਗ੍ਰਿਫਤਾਰ ਕਰਨ ਲਈ ਆਏ ਸਨ।
ਜੇ ਅਸੀਂ ਉੱਥੇ ਰੁਕਦੇ ਤਾਂ ਪੁਲਿਸ ਸਾਨੂੰ ਗ੍ਰਿਫਤਾਰ ਕਰਕੇ ਲੈ ਜਾਂਦੀ ਅਤੇ ਅਸੀਂ ਜੇਲ੍ਹ ਵਿੱਚ ਹੁੰਦੇ। ਮੈਂ ਆਪਣੀ ਮਾਂ ਨੂੰ ਪੁੱਛਿਆ ਕਿ ਜਗਵੀਰ ਨੂੰ ਸਾਡੀ ਸੱਚਾਈ ਕਿਵੇਂ ਪਤਾ ਲੱਗੀ। ਸਾਡੇ ਦੋਵਾਂ ਨੂੰ ਛੱਡ ਕੇ ਇੱਥੇ ਕੋਈ ਵੀ ਸਾਡੀ ਸੱਚਾਈ ਨਹੀਂ ਜਾਣਦਾ। ਮਾਂ ਨੇ ਕਿਹਾ, ਮੈਨੂੰ ਨਹੀਂ ਪਤਾ, ਸ਼ਾਇਦ ਕਿਸੇ ਨੇ ਜ਼ਰੂਰ ਦੱਸਿਆ ਹੋਵੇਗਾ। ਇਸ ਦੌਰਾਨ ਮੇਰੇ ਨੰਬਰ 'ਤੇ ਜਗਵੀਰ ਦਾ ਫੋਨ ਆਉਣ ਲੱਗੇ। ਮੈਂ ਉਸਦਾ ਫੋਨ ਚੁੱਕਣਾ ਚਾਹੁੰਦੀ ਸੀ, ਪਰ ਮੇਰਾ ਫੋਨ ਮਾਂ ਨੇ ਖੋਹ ਲਿਆ ਅਤੇ ਸੁੱਟ ਦਿੱਤਾ। ਮਾਂ ਨੇ ਕਿਹਾ, ਕੀ ਕਰ ਰਹੇ ਹੋ? ਤੁਸੀਂ ਹੁਣ ਉਸ ਨਾਲ ਗੱਲ ਨਹੀਂ ਕਰੋਗੇ। ਜੇਕਰ ਤੁਸੀਂ ਉਸ ਨਾਲ ਫੋਨ 'ਤੇ ਗੱਲ ਕਰੋਗੇ ਤਾਂ ਉਸ ਨੂੰ ਪਤਾ ਲੱਗ ਜਾਵੇਗਾ ਕਿ ਅਸੀਂ ਕਿੱਥੇ ਹਾਂ। ਮੈਂ ਜਗਵੀਰ ਨੂੰ ਬਹੁਤ ਪਸੰਦ ਕਰਦੀ ਸੀ ਅਤੇ ਮੈਂ ਉਸ ਨੂੰ ਪਿਆਰ ਕਰਨ ਲੱਗ ਪਈ ਸੀ। ਮੈਂ ਸੋਚਿਆ ਸੀ ਕਿ ਵਿਆਹ ਤੋਂ ਬਾਅਦ ਮੈਂ ਸਾਰੀਆਂ ਗਲਤੀਆਂ ਛੱਡ ਕੇ ਜਗਵੀਰ ਨੂੰ ਸਭ ਕੁਝ ਸੱਚ-ਸੱਚ ਦੱਸ ਕੇ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਾਂਗੀ। ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਸੱਚ ਬੋਲਣ ਤੋਂ ਪਹਿਲਾਂ ਕੋਈ ਹੋਰ ਉਸ ਨੂੰ ਸੱਚ ਦੱਸ ਦੇਵੇਗਾ। ਜੇ ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਮੈਂ ਕੁਝ ਕਰ ਸਕਦੀ ਸੀ। ਇੰਜ ਲੱਗ ਰਿਹਾ ਸੀ ਜਿਵੇਂ ਮੇਰੇ ਸਿਰ ਉੱਤੇ ਅਸਮਾਨ ਡਿੱਗ ਗਿਆ ਹੋਵੇ। ਅੱਜ ਮੇਰਾ ਵਿਆਹ ਸੀ, ਮੈਂ ਬਹੁਤ ਖੁਸ਼ ਸੀ। ਪਰ ਇਹ ਸਭ ਕੀ ਹੋਇਆ? ਮੈਂ ਸੋਚਿਆ ਵੀ ਨਹੀਂ ਸੀ ਕਿ ਮੇਰਾ ਪਿਆਰ ਮੇਰੇ ਹੱਥੋਂ ਇਸ ਤਰ੍ਹਾਂ ਨਿਕਲ ਜਾਵੇਗਾ। ਮੈਂ ਹੁਣ ਕਿਸੇ ਪਾਸੇ ਦੀ ਨਹੀਂ ਰਹੀ ਸੀ। ਮੈਂ ਸੋਚਾਂ ਵਿੱਚ ਗੁੰਮ ਸੀ ਕਿ ਟੈਕਸੀ ਡਰਾਈਵਰ ਨੇ ਟੈਕਸੀ ਨੂੰ ਰੋਕਿਆ। ਬੱਸ ਦੇ ਆਉਣ ਵਿੱਚ ਅਜੇ ਕੁਝ ਸਮਾਂ ਸੀ। ਅਸੀਂ ਬੈਠ ਕੇ ਬੱਸ ਦੀ ਉਡੀਕ ਕਰਨ ਲੱਗੇ। ਮੈਂ ਸੋਚ ਰਹੀ ਸੀ ਕਿ ਪਤਾ ਨਹੀਂ ਰੱਬ ਨੇ ਮੇਰੀ ਕਿਸਮਤ ਵਿੱਚ ਕੀ ਲਿਖਿਆ ਹੈ। ਜ਼ਿੰਦਗੀ ਵਿੱਚ ਪਹਿਲੀ ਵਾਰ ਖੁਸ਼ੀ ਨੇ ਦਸਤਕ ਦਿੱਤੀ ਸੀ। ਸ਼ਾਇਦ ਖੁਸ਼ੀ ਮੇਰੀ ਕਿਸਮਤ ਵਿੱਚ ਨਹੀਂ ਸੀ। ਮੈਂ ਉੱਥੇ ਆਪਣਾ ਅਤੀਤ ਬਾਰੇ ਸੋਚ ਰਹੀ ਸੀ, ਉਹੀ ਅਤੀਤ ਜਿਸ ਕਾਰਨ ਅੱਜ ਮੈਨੂੰ ਭੱਜਣਾ ਪੈ ਰਿਹਾ ਹੈ। ਮੈਂ ਬੇਕਸੂਰ ਹੋਣ ਦੇ ਬਾਵਜੂਦ ਮੈਨੂੰ ਆਪਣਾ ਮੂੰਹ ਲੁਕਾਉਣਾ ਪੈ ਰਿਹਾ ਸੀ। ਮੈਂ ਇੱਕ ਅਜਿਹੇ ਘਰ ਵਿੱਚ ਪੈਦਾ ਹੋਈ ਸੀ ਜਿੱਥੇ ਗਰੀਬੀ ਤੋਂ ਇਲਾਵਾ ਕੁਝ ਨਹੀਂ ਸੀ। ਮੇਰੇ ਮਾਪੇ ਭੀਖ ਮੰਗ ਕੇ ਗੁਜ਼ਾਰਾ ਕਰਦੇ ਸਨ। ਮੇਰੇ ਪਰਿਵਾਰ ਨੂੰ ਭਿਖਾਰੀਆਂ ਦਾ ਪਰਿਵਾਰ ਵੀ ਕਿਹਾ ਜਾਂਦਾ ਸੀ। ਪਰ ਮੈਂ ਬਚਪਨ ਤੋਂ ਹੀ ਬਹੁਤ ਸੋਹਣੀ ਸੀ। ਮੇਰੀਆਂ ਅੱਖਾਂ ਵੱਡੀਆਂ ਸਨ ਅਤੇ ਲੰਬੇ ਘੁੰਘਰਾਲੇ ਵਾਲ ਸਨ। ਮੈਂ ਕਿਤੋਂ ਵੀ ਭਿਖਾਰਨ ਨਹੀਂ ਲੱਗਦੀ ਸੀ। ਇੰਜ ਲੱਗ ਰਿਹਾ ਸੀ ਜਿਵੇਂ ਰੱਬ ਨੇ ਮੈਨੂੰ ਬਹੁਤ ਬੇਲ ਬਣਾਇਆ ਹੋਵੇ। ਲੱਗਦਾ ਹੀ ਨਹੀਂ ਸੀ ਮੈਂ ਮੰਗਤਿਆਂ ਦੇ ਘਰ ਜੰਮੀ ਹਾਂ। ਮੈਂ ਕਿਸੇ ਮਹਿਲ ਦੇ ਰਾਜਕੁਮਾਰੀ ਵਰਗੀ ਲੱਗਦੀ ਸੀ। ਜਿਸ ਨੇ ਵੀ ਮੈਨੂੰ ਦੇਖਿਆ ਉਹ ਕਹਿੰਦਾ ਸੀ ਕਿ ਉਹ ਕਿੰਨੀ ਸੋਹਣੀ ਬੱਚੀ ਹੈ ਤੇ ਉਸ ਦੀ ਕਿਸਮਤ ਦੇਖੋ। ਹੁਣ ਇਸ ਨੂੰ ਭੀਖ ਮੰਗਣੀ ਪਵੇਗੀ। ਜੇਕਰ ਉਸ ਦਾ ਜਨਮ ਕਿਸੇ ਅਮੀਰ ਘਰ ਵਿੱਚ ਹੋਇਆ ਹੁੰਦਾ ਤਾਂ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਪੈਰ ਜ਼ਮੀਨ ਤੇ ਨਹੀਂ ਰੱਖਣ ਦੇਣੇ ਸੀ। ਪਰ ਮੇਰੇ ਪਰਿਵਾਰ ਵਿੱਚ ਹਰ ਕੋਈ ਭੀਖ ਮੰਗ ਕੇ ਗੁਜ਼ਾਰਾ ਕਰਦਾ ਸੀ। ਜਦੋਂ ਮੈਂ ਥੋੜੀ ਵੱਡੀ ਹੋਈ ਤਾਂ ਮੈਂ ਆਪਣੀ ਮਾਂ ਨੂੰ ਕਿਹਾ ਕਿ ਅਸੀਂ ਭੀਖ ਕਿਉਂ ਮੰਗਦੇ ਹਾਂ, ਅਸੀਂ ਕੋਈ ਹੋਰ ਕੰਮ ਵੀ ਕਰ ਸਕਦੇ ਹਾਂ ਤਾਂ ਜੋ ਅਸੀਂ ਭੀਖ ਮੰਗਣ ਤੋਂ ਬਚ ਸਕੀਏ। ਮੇਰੀ ਮਾਂ ਨੇ ਕਿਹਾ, ਇਹ ਸਾਡਾ ਕੰਮ ਹੈ। ਅਸੀਂ ਪਹਿਲਾਂ ਵੀ ਭਿੱਖ ਮੰਗ ਕੇ ਗੁਜ਼ਾਰਾ ਕਰਦੇ ਸੀ ਅਤੇ ਭਵਿੱਖ ਵਿੱਚ ਵੀ ਕਰਦੇ ਰਹਾਂਗੇ। ਹੁਣ ਮੇਰੇ ਮਾਤਾ ਪਿਤਾ ਨੇ ਮੈਨੂੰ ਵੀ ਭੀਖ ਮੰਗਣ ਲਈ ਭੇਜਣਾ ਸ਼ੁਰੂ ਕਰ ਦਿੱਤਾ ਸੀ। ਮੰਨਿਆ ਜਾ ਰਿਹਾ ਸੀ ਕਿ ਉੱਥੇ ਦੇ ਲੋਕ ਮੈਨੂੰ ਦੇਖ ਕੇ ਜ਼ਿਆਦਾ ਭੀਖ ਦੇਣ ਲੱਗ ਪਏ ਸਨ। ਮੈਂ ਸਵੇਰੇ ਭੀਖ ਮੰਗਣ ਲਈ ਨਿਕਲਦੀ ਸੀ ਅਤੇ ਸ਼ਾਮ ਨੂੰ ਜਦੋਂ ਮੈਂ ਘਰ ਵਾਪਸ ਆਉਂਦੀ ਸੀ ਤਾਂ ਮੇਰੇ ਕੋਲ ਬਹੁਤ ਸਾਰਾ ਪੈਸਾ ਹੁੰਦਾ ਸੀ। ਲੋਕ ਮੈਨੂੰ ਭੋਜਨ ਅਤੇ ਕੱਪੜੇ ਵੀ ਦਿੰਦੇ ਸਨ। ਪਰ ਮੈਨੂੰ ਇਹ ਕੰਮ ਬਿਲਕੁਲ ਵੀ ਪਸੰਦ ਨਹੀਂ ਸੀ ਅਤੇ ਮੈਂ ਆਪਣੀ ਮਾਂ ਨੂੰ ਕਹਿੰਦੀ ਰਹਿੰਦੀ ਸੀ ਕਿ ਮਾਂ, ਮੈਂ ਇਹ ਕੰਮ ਨਹੀਂ ਕਰਨਾ ਚਾਹੁੰਦੀ। ਤੁਸੀਂ ਚਾਹੋ ਤਾਂ ਮੈਨੂੰ ਹੋਰ ਕੰਮ ਕਰਵਾ ਦਿਓ, ਪਰ ਮੈਂ ਇਸ ਕੰਮ ਤੋਂ ਬਹੁਤ ਸ਼ਰਮਿੰਦਾ ਹਾਂ। ਮੇਰੀ ਮਾਂ ਨੇ ਕਿਹਾ, ਠੀਕ ਹੈ, ਮੈਂ ਤੁਹਾਡੇ ਲਈ ਕਿਤੇ ਕੰਮ ਬਾਰੇ ਗੱਲ ਕਰਾਂਗੀ। ਤੁਸੀਂ ਘਰਾਂ ਵਿੱਚ ਝਾੜੂ ਪੋਚਾ ਕਰਨ ਲਈ ਜਾ ਸਕਦੇ ਹੋ, ਪਰ ਮੈਂ ਤੁਹਾਨੂੰ ਇਸ ਕੰਮ 'ਤੇ ਸਿਰਫ ਇੱਕ ਸ਼ਰਤ 'ਤੇ ਭੇਜਾਂਗੀ। ਤੁਸੀਂ ਉੱਥੋਂ ਵੀ ਓਨੀ ਹੀ ਰਕਮ ਕਮਾਓਗੇ ਜਿੰਨੀ ਭੀਖ ਮੰਗ ਕੇ ਕਮਾਉਂਦੇ ਹੋ। ਫਿਰ ਮੇਰੀ ਮਾਂ ਨੇ ਇੱਕ ਘਰ ਵਿੱਚ ਝਾੜੂ ਲਾਉਣ ਦੇ ਮੇਰੇ ਕੰਮ ਬਾਰੇ ਦੱਸਿਆ। ਇਹ ਬਹੁਤ ਵੱਡਾ ਘਰ ਸੀ। ਮੇਰੀ ਮਾਂ ਉੱਥੇ ਭੀਖ ਮੰਗਣ ਜਾਂਦੀ ਸੀ। ਮੈਨੂੰ ਦੇਖ ਕੇ ਉਹਨਾਂ ਨੇ ਮੈਨੂੰ ਨੌਕਰੀ 'ਤੇ ਰੱਖ ਲਿਆ ਅਤੇ ਕਿਹਾ ਕਿ ਕੱਲ੍ਹ ਤੋਂ ਆਪਣੀ ਧੀ ਨੂੰ ਭੇਜ ਦਿਓ। ਮੈਂ ਆਪਣੇ ਕੰਮ ਵਿੱਚ ਜਾਣ ਲੱਗੀ। ਇੱਕ ਦਿਨ ਮੈਡਮ ਦੇ ਘਰ ਕੁਝ ਮਹਿਮਾਨ ਆਏ। ਜਦੋਂ ਉਹਨਾਂ ਨੇ ਮੈਨੂੰ ਦੇਖਿਆ ਤਾਂ ਉਹ ਕਹਿਣ ਲੱਗੇ ਕਿ ਇਹ ਕਿੰਨੀ ਸੋਹਣੀ ਕੁੜੀ ਹੈ ਅਤੇ ਕਾਸ਼ ਸਾਡੇ ਕੋਲ ਇੰਨੀ ਸੋਹਣੀ ਬੱਚੀ ਹੁੰਦੀ। ਉਹਨਾਂ ਦੇ ਸ਼ਾਇਦ ਬੱਚੇ ਨਹੀਂ ਸਨ। ਮੈਂ ਉਹਨਾਂ ਨੂੰ ਚਾਹ ਪਿਲਾਈ ਅਤੇ ਆਪਣੇ ਕੰਮ ਵਿੱਚ ਲੱਗ ਗਈ। ਅਗਲੇ ਦਿਨ ਮੈਡਮ ਨੇ ਮੇਰੀ ਮਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਉਸ ਨਾਲ ਵੱਖਰੇ ਤਰੀਕੇ ਨਾਲ ਗੱਲ ਕਰਨ ਲੱਗੀ। ਮੈਡਮ ਨਾਲ ਗੱਲ ਕਰਨ ਤੋਂ ਬਾਅਦ ਮੈਂ ਅਤੇ ਮਾਤਾ ਜੀ ਘਰ ਵਾਪਸ ਚਲੇ ਗਏ ਅਤੇ ਮਾਂ ਮੇਰੇ ਪਿਤਾ ਜੀ ਨੂੰ
ਦੱਸ ਰਹੇ ਸਨ ਕਿ ਮੈਡਮ ਨੇ ਇਸ ਕੰਮ ਲਈ ਕਾਫੀ ਪੈਸੇ ਦੇਣ ਦਾ ਵਾਅਦਾ ਕੀਤਾ ਹੈ। ਦੇਖਿਓ ਅਸੀਂ ਆਪਣੀ ਧੀ ਤੋਂ ਕਿੰਨੇ ਪੈਸੇ ਕਮਾਉਂਦੇ ਹਾਂ। ਮੈਂ ਮਾਂ ਦੀਆਂ ਗੱਲਾਂ ਨੂੰ ਸਮਝ ਨਹੀਂ ਸਕੀ। ਉਹ ਮੇਰੀ ਸੁੰਦਰਤਾ ਤੋਂ ਪੈਸਾ ਕਿਵੇਂ ਕਮਾਉਣਾ ਚਾਹੁੰਦੀ ਹੈ। ਕੁਝ ਦਿਨਾਂ ਬਾਅਦ ਮਾਂ ਨੇ ਮੈਨੂੰ ਦੱਸਿਆ ਕਿ ਉਹ ਮੇਰਾ ਵਿਆਹ ਕਰਵਾ ਰਹੀ ਹੈ, ਪਰ ਮੈਂ ਸਿਰਫ 15 ਸਾਲਾਂ ਦੀ ਸੀ। ਮੈਂ ਆਪਣੀ ਮਾਂ ਨੂੰ ਪੁੱਛਿਆ ਕਿ ਤੁਸੀਂ ਮੇਰਾ ਜਲਦੀ ਵਿਆਹ ਕਿਉਂ ਕਰਵਾ ਰਹੇ ਹੋ। ਮਾਤਾ ਜੀ ਨੇ ਕਿਹਾ ਕਿ ਸਾਡੇ ਕੁੜੀਆਂ ਦਾ ਵਿਆਹ ਇੰਨੀ ਜਲਦੀ ਹੀ ਹੋ ਜਾਂਦਾ ਹੈ ਅਤੇ ਮੈਂ ਇਸ ਕਰਕੇ ਤੁਹਾਡਾ ਵਿਆਹ ਕਰਵਾ ਰਹੀ ਹਾਂ ਤਾਂ ਕਿ ਘੱਟੋ ਘੱਟ 1 ਸਾਲ ਦੇ ਅੰਦਰ ਬੱਚੇ ਨੂੰ ਜਨਮ ਦਿੱਤਾ ਜਾਵੇ। ਮੈਂ ਕਿਹਾ ਮਾਂ ਮੈਂ ਆਪਣਾ ਬੱਚਾ ਤੈਨੂੰ ਕਿਉਂ ਦੇਵਾਂ। ਮਾਂ ਨੇ ਕਿਹਾ ਜਿਵੇਂ ਮੈਂ ਕਹਾਂ ਉਵੇਂ ਕਰਦੇ ਰਹੋ, ਕੁਝ ਦਿਨਾਂ ਬਾਅਦ ਹੀ ਤੁਹਾਨੂੰ ਸਭ ਕੁਝ ਸਮਝ ਆ ਜਾਵੇਗਾ। ਮੇਰਾ ਵਿਆਹ ਕਰਵਾ ਦਿੱਤਾ। ਮੈਨੂੰ ਇਹ ਵੀ ਨਹੀਂ ਦੱਸਿਆ ਕਿ ਮੇਰਾ ਵਿਆਹ ਕਿਸ ਨਾਲ ਹੋ ਰਿਹਾ ਹੈ। ਵਿਆਹ ਤੋਂ ਬਾਅਦ ਮਾਂ ਨੇ ਮੈਨੂੰ ਇੱਕ ਕਮਰੇ ਵਿੱਚ ਭੇਜ ਦਿੱਤਾ ਜਿੱਥੇ ਬਹੁਤ ਹਨੇਰਾ ਸੀ। ਮੇਰਾ ਪਤੀ ਵੀ ਉੱਥੇ ਸੀ, ਪਰ ਹਨੇਰਾ ਹੋਣ ਕਾਰਨ ਨਾ ਮੈਂ ਉਸ ਨੂੰ ਦੇਖਿਆ ਅਤੇ ਨਾ ਹੀ ਉਸਨੇ ਮੈਨੂੰ ਦੇਖਿਆ। ਜਦੋਂ ਮੈਂ ਸਵੇਰੇ ਉੱਠੀ ਤਾਂ ਮੇਰਾ ਪਤੀ ਕਮਰੇ ਵਿੱਚ ਨਹੀਂ ਸੀ। ਉੱਥੇ ਮੈਂ ਇਕੱਲੀ ਹੀ ਸੀ। ਜਦੋਂ ਮੈਂ ਆਪਣੀ ਮਾਂ ਨੂੰ ਪੁੱਛਿਆ ਤਾਂ ਉਸਨੇ ਬਹਾਨਾ ਬਣਾ ਕੇ ਮੈਨੂੰ ਟਾਲ ਦਿੱਤਾ। ਕੁਝ ਦਿਨਾਂ ਬਾਅਦ ਮੇਰੀ ਮਾਂ ਮੇਰੇ ਕੋਲ ਖੁਸ਼ਖਬਰੀ ਸੁਣ ਕੇ ਬਹੁਤ ਖੁਸ਼ ਹੋਈ। ਮੈਂ ਮਾਂ ਨੂੰ ਆਪਣੇ ਪਤੀ ਬਾਰੇ ਪੁੱਛਿਆ ਤਾਂ ਜੋ ਮੈਂ ਉਸ ਨਾਲ ਵੀ ਖੁਸ਼ਖਬਰੀ ਸਾਂਝੀ ਕਰ ਸਕਾਂ, ਪਰ ਉਸ ਨੇ ਫਿਰ ਵੀ ਮੈਨੂੰ ਉਸ ਬਾਰੇ ਕੁਝ ਨਹੀਂ ਦੱਸਿਆ। ਮਾਂ ਨੇ ਕਿਹਾ ਚਿੰਤਾ ਨਾ ਕਰੋ, ਮੈਂ ਉਸ ਨੂੰ ਖੁਦ ਦੱਸ ਦੇਵਾਂਗੀ। ਉਸ ਨੇ ਪੂਰੇ 9 ਮਹੀਨੇ ਮੇਰੀ ਬਹੁਤ ਦੇਖਭਾਲ ਕੀਤੀ ਅਤੇ ਜਦੋਂ ਮੇਰੇ ਬੱਚੇ ਦਾ ਜਨਮ ਹੋਇਆ ਤਾਂ ਉਸਨੇ ਬੱਚੇ ਨੂੰ ਮੇਰੇ ਤੋਂ ਖੋਹ ਲਿਆ ਅਤੇ ਘਰ ਵਾਪਸ ਆ ਗਈ ਜਿੱਥੇ ਮੈਂ ਸਫਾਈ ਦਾ ਕੰਮ ਕਰਦੀ ਸੀ ਅਤੇ ਬੱਚਾ ਮੈਡਮ ਨੂੰ ਦੇ ਦਿੱਤਾ। ਉਸ ਨੇ ਉਹ ਬੱਚਾ ਆਪਣੇ ਰਿਸ਼ਤੇਦਾਰਾਂ ਨੂੰ ਦੇਣਾ ਸੀ ਜੋ ਉਸ ਦਿਨ ਉਸ ਦੇ ਘਰ ਆਇਆ ਸੀ। ਉਸ ਨੇ ਬਦਲੇ ਵਿੱਚ ਮਾਂ ਨੂੰ ਬਹੁਤ ਸਾਰੇ ਪੈਸੇ ਦੇਣ ਦਾ ਵਾਅਦਾ ਕੀਤਾ ਸੀ। ਮੈਨੂੰ ਬਹੁਤ ਬੁਰਾ ਲੱਗਿਆ। ਮੈਂ ਆਪਣੀ ਮਾਂ ਨਾਲ ਝਗੜਾ ਕੀਤਾ ਅਤੇ ਮਾਂ ਨੂੰ ਮੇਰਾ ਬੱਚਾ ਲੈ ਕੇ ਆਉਣ ਲਈ ਕਿਹਾ, ਪਰ ਮੇਰੀ ਮਾਂ ਨੇ ਮੈਨੂੰ ਝਿੜਕਦਿਆਂ ਕਿਹਾ ਕਿ ਮੈਂ ਇਸ ਬੱਚੇ ਕਾਰਨ ਹੀ ਤੁਹਾਡਾ ਵਿਆਹ ਕੀਤਾ ਸੀ ਤਾਂ ਜੋ ਤੁਸੀਂ ਬੱਚੇ ਨੂੰ ਜਲਦੀ ਜਨਮ ਦੇਵੋ ਅਤੇ ਮੈਂ ਮਾਲਕਨ ਨੂੰ ਦੇ ਆਵਾਂਗੀ। ਮਾਲਕਨ ਨੇ ਮੈਨੂੰ ਇਸ ਬੱਚੇ ਬਦਲੇ ਬਹੁਤ ਸਾਰਾ ਪੈਸਾ ਦਿੱਤਾ ਹੈ ਅਤੇ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ। ਤੁਹਾਡਾ ਬੱਚਾ ਇੱਕ ਵੱਡੇ ਘਰ ਵਿੱਚ ਜਾਵੇਗਾ, ਉਹ ਉਸ ਦੀ ਚੰਗੀ ਦੇਖਭਾਲ ਕਰਨਗੇ। ਮੈਂ ਆਪਣੀ ਮਾਂ ਨੂੰ ਕੁਝ ਨਹੀਂ ਕਿਹਾ ਕਿਉਂਕਿ ਮੈਂ ਉਸ ਦੇ ਪਿਤਾ ਨੂੰ ਵੀ ਨਹੀਂ ਜਾਣਦੀ ਸੀ ਕਿ ਉਹ ਕੌਣ ਸੀ ਅਤੇ ਉਹ ਕਿੱਥੇ ਰਹਿੰਦਾ ਸੀ। ਅਜੇ ਕੁਝ ਦਿਨ ਹੀ ਹੋਏ ਸਨ। ਮਾਂ ਨੇ ਮੈਨੂੰ ਫਿਰ ਕਿਹਾ ਕਿ ਮੈਨੂੰ ਤੇਰੇ ਤੋਂ ਇੱਕ ਹੋਰ ਬੱਚਾ ਚਾਹੀਦਾ ਹੈ, ਕੋਈ ਹੋਰ ਮਾਲਕ ਮੈਂ ਉਹਨਾਂ ਨੂੰ ਦੇਣਾ ਹੈ। ਮੈਂ ਆਪਣੀ ਮਾਂ ਵੱਲ ਗੁੱਸੇ ਨਾਲ ਦੇਖਿਆ ਅਤੇ ਕਿਹਾ ਕਿ ਹੁਣ ਮੈਂ ਕਿਸੇ ਬੱਚੇ ਨੂੰ ਜਨਮ ਨਹੀਂ ਦਿਆਂਗੀ, ਤੁਸੀਂ ਇਹ ਕੰਮ ਕਿਸੇ ਹੋਰ ਤੋਂ ਕਰਵਾ ਲਓ। ਮਾਂ ਨੇ ਕਿਹਾ ਜੇ ਉਹ ਕਿਸੇ ਹੋਰ ਦਾ ਬੱਚਾ ਚਾਹੁੰਦੇ ਤਾਂ ਮੈਂ ਤੁਹਾਨੂੰ ਕਿਉਂ ਕਹਿੰਦੀ ਅਤੇ ਮੈਡਮ ਤੁਹਾਡੇ ਵਰਗਾ ਸੁੰਦਰ ਗੋਰਾ ਬੱਚਾ ਚਾਹੁੰਦੀ ਹੈ। ਉਸੇ ਰਾਤ ਫਿਰ ਮੇਰਾ ਪਤੀ ਮੇਰੇ ਕੋਲ ਆਇਆ, ਪਰ ਅੱਜ ਵੀ ਮੇਰੇ ਕਮਰੇ ਵਿੱਚ ਹਨੇਰਾ ਸੀ। ਨਾ ਮੈਂ ਉਸ ਨੂੰ ਦੇਖਿਆ ਸੀ ਤੇ ਨਾ ਉਸਨੇ ਮੈਨੂੰ ਦੇਖਿਆ। ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਮੈਨੂੰ ਅੱਜ ਤੱਕ ਨਹੀਂ ਦੇਖਿਆ, ਫਿਰ ਤੁਸੀਂ ਮੇਰੇ ਨਾਲ ਵਿਆਹ ਕਿਉਂ ਕੀਤਾ ਹੈ। ਤੁਸੀਂ ਮੇਰੀ ਮਾਂ ਨਾਲ ਮਿਲੇ ਹੋਏ ਹੋ, ਤੁਹਾਡਾ ਇੱਕੋ ਇੱਕ ਉਦੇਸ਼ ਬੱਚੇ ਪੈਦਾ ਕਰਨਾ ਹੈ। ਉਸ ਲੜਕੇ ਨੇ ਮੈਨੂੰ ਕਿਹਾ ਕਿ ਮੈਂ ਮਜਬੂਰੀ ਵਿੱਚ ਤੇਰੇ ਨਾਲ ਵਿਆਹ ਕੀਤਾ ਹੈ, ਮੈਨੂੰ ਪੈਸਿਆਂ ਦੀ ਸਖਤ ਲੋੜ ਸੀ। ਤੇਰੀ ਮਾਂ ਨੇ ਮੈਨੂੰ ਤੇਰੇ ਨਾਲ ਵਿਆਹ ਕਰਨ ਲਈ ਪੈਸੇ ਦਿੱਤੇ ਸਨ। ਮੈਂ ਬਹੁਤ ਮਜਬੂਰੀ ਵਿੱਚ ਤੁਹਾਡੇ ਨਾਲ ਇਹ ਕੰਮ ਕਰ ਰਿਹਾ ਹਾਂ। ਮੇਰੇ ਪਿਤਾ ਬਹੁਤ ਬਿਮਾਰ ਹਨ ਅਤੇ ਮੈਨੂੰ ਉਹਨਾਂ ਦੇ ਇਲਾਜ ਲਈ ਪੈਸੇ ਦੀ ਲੋੜ ਹੈ। ਮੈਂ ਨਹੀਂ ਚਾਹੁੰਦਾ ਕਿ ਮੇਰੇ ਪਰਿਵਾਰ ਨੂੰ ਸਾਡੇ ਵਿਆਹ ਬਾਰੇ ਪਤਾ ਲੱਗੇ। ਮੇਰੇ ਬਾਰੇ ਗਲਤ ਨਾ ਸੋਚਿਓ, ਮੈਂ ਉਸ ਕਿਸਮ ਦਾ ਮੁੰਡਾ ਨਹੀਂ ਹਾਂ। ਮਜਬੂਰੀਆਂ ਨੇ ਮੈਨੂੰ ਇਹ ਕੰਮ ਕਰਨ ਲਈ ਮਜਬੂਰ ਕੀਤਾ ਹੈ, ਇਸੇ ਲਈ ਮੈਂ ਅੱਜ ਤੱਕ ਤੈਨੂੰ ਆਪਣਾ ਚਿਹਰਾ ਨਹੀਂ ਵਿਖਾਇਆ। ਮੈਂ ਬੁਰਾ ਇਨਸਾਨ ਨਹੀਂ ਹਾਂ, ਪਰ ਮਜਬੂਰੀਆਂ ਨੇ ਮੈਨੂੰ ਬਣਾਇਆ ਹੈ। ਜੇ ਮੈਂ ਤੈਨੂੰ ਆਪਣਾ ਚਿਹਰਾ ਦਿਖਾਵਾਂ ਤਾਂ ਤੂੰ ਮੈਨੂੰ ਸਭ ਦੇ ਸਾਹਮਣੇ ਪਛਾਣ ਲਵੇਂ। ਮੈਂ ਨਹੀਂ ਚਾਹੁੰਦਾ ਕਿ ਸਾਡਾ ਰਿਸ਼ਤਾ ਕਿਸੇ ਦੇ ਸਾਹਮਣੇ ਆਵੇ। ਮੈਂ ਉਸ ਨੂੰ ਕਿਹਾ ਕਿ ਚਿੰਤਾ ਨਾ ਕਰੋ, ਤੁਸੀਂ ਮੈਨੂੰ ਆਪਣਾ ਚਿਹਰਾ ਦਿਖਾਓ। ਜੇ ਮੈਂ ਤੈਨੂੰ ਕਿਤੇ ਦੇਖਿਆ ਤਾਂ ਵੀ ਤੈਨੂੰ ਪਛਾਣਨ ਤੋਂ ਇਨਕਾਰ ਕਰਾਂਗੀ। ਪਰ ਉਸ ਮੁੰਡੇ ਨੇ ਮੇਰੀ ਇੱਕ ਨਾ ਸੁਣੀ ਅਤੇ ਉੱਥੋਂ ਚਲਾ ਗਿਆ ਅਤੇ ਮੈਂ ਦੁਬਾਰਾ ਗਰਭਵਤੀ ਹੋ ਗਈ। ਮੈਂ ਇੱਕ ਪੁੱਤਰ ਨੂੰ ਜਨਮ ਦਿੱਤਾ। ਮਾਂ ਫਿਰ ਉਸ ਬੱਚੇ ਨੂੰ ਚੁੱਕ ਕੇ ਇੱਕ ਬੰਗਲੇ ਵਾਲੀ ਮੈਡਮ ਨੂੰ ਦੇ ਦਿੱਤਾ।
ਅਤੇ ਬਹੁਤ ਸਾਰਾ ਪੈਸਾ ਲੈ ਆਈ। ਮਾਂ ਦਾ ਲਾਲਚ ਪੂਰਾ ਹੋਣ ਦਾ ਨਾਂ ਨਹੀਂ ਲੈ ਰਿਹਾ ਸੀ। ਮੈਂ ਇੱਕ ਬੱਚੇ ਨੂੰ ਜਨਮ ਦਿੰਦੀ ਅਤੇ ਕੁਝ ਦਿਨਾਂ ਬਾਅਦ ਉਹ ਮੈਨੂੰ ਦੂਜੇ ਬੱਚੇ ਨੂੰ ਜਨਮ ਦੇਣ ਲਈ ਮਜਬੂਰ ਕਰਦੀ। ਹੁਣ ਇਹ ਸਿਲਸਿਲਾ ਲਗਾਤਾਰ ਚੱਲ ਰਿਹਾ ਸੀ। ਇਸ ਵਾਰ ਜਦੋਂ ਮੈਂ ਬੱਚੇ ਨੂੰ ਜਨਮ ਦਿੱਤਾ ਤਾਂ ਮੈਂ ਉਸਦਾ ਚਿਹਰਾ ਦੇਖਿਆ। ਉਹ ਬੱਚਾ ਬਹੁਤ ਸੋਹਣਾ ਸੀ। ਸ਼ਾਇਦ ਉਹ ਆਪਣੇ ਪਿਤਾ 'ਤੇ ਗਿਆ ਸੀ, ਕਿਉਂਕਿ ਹਰ ਵਾਰ ਬੱਚਾ ਮਾਂ 'ਤੇ ਜਾਵੇ ਤਾਂ ਇਹ ਵੀ ਸੰਭਵ ਨਹੀਂ ਸੀ। ਬੱਚਾ ਮਾਂ ਜਾਂ ਪਿਤਾ ਵਿੱਚੋਂ ਕਿਸੇ 'ਤੇ ਜਾ ਸਕਦਾ ਹੈ। ਇਸ ਵਾਰ ਮੈਂ ਸੋਚਿਆ, ਜਦੋਂ ਮੇਰਾ ਪਤੀ ਮੇਰੇ ਕੋਲ ਆਵੇਗਾ ਮੈਂ ਉਸ ਨੂੰ ਕਹਾਂਗੀ ਕਿ ਅਸੀਂ ਇੱਥੋਂ ਭੱਜ ਕੇ ਕਿਤੇ ਹੋਰ ਚਲੇ ਜਾਂਦੇ ਹਾਂ ਅਤੇ ਆਪਣੀ ਦੁਨੀਆ ਵਸਾ ਲੈਂਦੇ ਹਾਂ। ਹੁਣ ਮੈਂ ਆਪਣੀ ਜ਼ਿੰਦਗੀ ਆਪਣੇ ਪਤੀ ਨਾਲ ਬਿਤਾਉਣਾ ਚਾਹੁੰਦੀ ਸੀ। ਕੁਝ ਦਿਨਾਂ ਬਾਅਦ ਮਾਂ ਮੇਰੇ ਕੋਲ ਆਈ ਅਤੇ ਮੈਨੂੰ ਕਹਿਣ ਲੱਗੀ ਕਿ ਤੂੰ ਆਪਣੇ ਪਤੀ ਨੂੰ ਕੀ ਕਿਹਾ ਸੀ, ਉਹ ਤੈਨੂੰ ਛੱਡ ਗਿਆ ਹੈ। ਇਹ ਸੁਣ ਕੇ ਮੇਰੇ ਪੈਰਾਂ ਹੇਠ ਜ਼ਮੀਨ ਨਿਕਲ ਗਈ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੇਰੇ ਨਾਲ ਇੰਨਾ ਬੁਰਾ ਕੁਝ ਵਾਪਰ ਸਕਦਾ ਹੈ। ਮੈਂ ਸਦਮੇ ਵਿੱਚ ਚਲੀ ਗਈ ਅਤੇ ਮੇਰੀ ਮਾਂ ਨੇ ਇਸ ਬੱਚੇ ਨੂੰ ਚੁੱਕ ਕੇ ਬੰਗਲੇ ਦੀ ਇੱਕ ਮੈਡਮ ਨੂੰ ਦੇ ਦਿੱਤਾ। ਹੁਣ ਸਾਡੇ ਘਰ ਬਹੁਤ ਸਾਰਾ ਪੈਸਾ ਆ ਗਿਆ ਸੀ ਅਤੇ ਕਿਸੇ ਚੀਜ਼ ਦੀ ਕਮੀ ਨਹੀਂ ਸੀ। ਇਸ ਵਾਰ ਮੈਂ ਸੋਚਿਆ, ਹੁਣ ਮੈਂ ਕਿਸੇ ਬੱਚੇ ਨੂੰ ਜਨਮ ਨਹੀਂ ਦੇਵਾਂਗੀ। ਅਤੇ ਮਾਂ ਨੇ ਜਦੋਂ ਮੈਨੂੰ ਕਿਹਾ ਕਿ ਮੈਨੂੰ ਦੁਬਾਰਾ ਵਿਆਹ ਕਰਵਾ ਲਵਾਂ ਤਾਂ ਮੈਂ ਆਪਣੀ ਮਾਂ ਦੇ ਮੂੰਹ ਵੱਲ ਦੇਖਦੀ ਰਹੀ। ਮੈਂ ਮਾਂ ਨੂੰ ਕਿਹਾ ਕਿ ਤੁਹਾਨੂੰ ਸ਼ਰਮ ਨਹੀਂ ਆਉਂਦੀ? ਤੂੰ ਪੈਸਾ ਦੇ ਲਾਲਚ ਵਿੱਚ ਇੰਨਾ ਡਿੱਗ ਗਈ ਹੈ ਕਿ ਤੁਸੀਂ ਆਪਣੀ ਧੀ ਬਾਰੇ ਵੀ ਨਹੀਂ ਸੋਚਦੀ। ਮੈਂ ਹੁਣ ਤੁਹਾਡੀ ਗੱਲ ਨਹੀਂ ਸੁਣਾਂਗੀ। ਮਾਂ ਨੇ ਮੈਨੂੰ ਗੁੱਸੇ ਨਾਲ ਕਿਹਾ, ਜੇ ਤੂੰ ਮੇਰੀ ਗੱਲ ਨਾ ਸੁਣੀ ਤਾਂ ਤੂੰ ਕਿੱਥੇ ਜਾਵੇਂਗੀ? ਤੇਰਾ ਪਤੀ ਤੈਨੂੰ ਛੱਡ ਕੇ ਚਲਾ ਗਿਆ ਹੈ। ਤੂੰ ਉਸ ਨੂੰ ਜਾਣਦੀ ਵੀ ਨਹੀਂ ਤੇ ਦੇਖਿਆ ਵੀ ਨਹੀਂ ਹੈ। ਕਿੱਥੋਂ ਲੱਭੇਂਗੀ ਤੇ ਜ਼ਿੰਦਗੀ ਕਿਸ ਦੇ ਸਹਾਰੇ ਜਿਉਵੇਂਗੀ? ਮੈਂ ਬਚਪਨ ਤੋਂ ਹੀ ਤੇਰੇ ਤੇ ਕਿੰਨਾ ਖਰਚਿਆ। ਮੈਂ ਤੈਨੂੰ ਰਾਣੀ ਬਣਾ ਕੇ ਰੱਖਿਆ ਹੈ ਤੇ ਤੂੰ ਮੇਰਾ ਕਹਿਣਾ ਮੰਨਣ ਤੋਂ ਇਨਕਾਰ ਕਰ ਰਹੀ ਹੈ। ਜੇ ਤੂੰ ਮੇਰੀ ਗੱਲ ਨਾ ਮੰਨੀ ਤਾਂ ਤੂੰ ਇਸ ਘਰ ਵਿੱਚ ਵੀ ਨਹੀਂ ਰਹੇਗੀ। ਬਾਹਰ ਜਾ ਕੇ ਵੇਖ, ਤੈਨੂੰ ਪਤਾ ਲੱਗ ਜਾਏਗਾ ਕਿ ਦੁਨੀਆ ਕਿੰਨੀ ਜ਼ਾਲਮ ਹੈ। ਕਿਸੇ ਔਰਤ ਨੂੰ ਇਕੱਲੀ ਦੇਖ ਕੇ ਖਾਣ ਨੂੰ ਪੈਂਦੀ ਹੈ। ਮਾਂ ਦੀਆਂ ਇੰਨੀਆਂ ਗੱਲਾਂ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਸੀ। ਆਖਰ ਮੈਂ ਜਾਂਦੀ ਤਾਂ ਕਿੱਥੇ ਜਾਂਦੀ ਤੇ ਕਿਸ ਦੇ ਸਹਾਰੇ? ਮੈਂ ਅੱਜ ਤੱਕ ਇਕੱਲੇ ਬਾਹਰ ਪੈਰ ਵੀ ਨਹੀਂ ਸੀ ਕੱਢਿਆ। ਮਜਬੂਰ ਹੋ ਕੇ ਇਸ ਵਾਰ ਵੀ ਮੈਨੂੰ ਮਾਂ ਦਾ ਕਹਿਣਾ ਮੰਨਣਾ ਪਿਆ। ਮਾਂ ਨੇ ਮੇਰਾ ਵਿਆਹ ਇੱਕ ਮੁੰਡੇ ਨਾਲ ਕਰਵਾ ਦਿੱਤਾ ਜੋ ਬਹੁਤ ਸੋਹਣਾ ਸੀ, ਪਰ ਉਹ ਲੜਕਾ ਨਸ਼ਾ ਕਰਦਾ ਸੀ ਅਤੇ ਪਤਾ ਨਹੀਂ ਉਹ ਕਿਹੜਾ ਨਸ਼ਾ ਕਰਦਾ ਸੀ। ਉਹ ਮੇਰੇ ਕੋਲ ਉਦੋਂ ਹੀ ਆਉਂਦਾ ਸੀ ਜਦੋਂ ਉਹ ਨਸ਼ੇ ਵਿੱਚ ਹੁੰਦਾ ਸੀ। ਜਦੋਂ ਮੈਂ ਆਪਣੀ ਮਾਂ ਨੂੰ ਇਹ ਕਹਿੰਦੀ ਤਾਂ ਮਾਂ ਮੈਨੂੰ ਸਾਫ਼-ਸਾਫ਼ ਕਹਿ ਦਿੰਦੀ ਸੀ ਕਿ ਤੂੰ ਕੀ ਕਰਨਾ ਹੈ, ਬਸ ਬੱਚਿਆਂ ਨੂੰ ਜਨਮ ਦੇਣ ਵੱਲ ਧਿਆਨ ਦੇ। ਤੁਹਾਨੂੰ ਉਸ ਦੀ ਅਸਲੀ ਪਤਨੀ ਬਣਨ ਦੀ ਲੋੜ ਨਹੀਂ ਹੈ। ਉਹ ਜਿਵੇਂ ਹੈ ਉਸੇ ਤਰ੍ਹਾਂ ਰਹਿਣ ਦਿਓ। ਤੁਸੀਂ ਇਸ ਨੂੰ ਠੀਕ ਕਰਨ ਦਾ ਠੇਕਾ ਨਹੀਂ ਲਿਆ ਹੈ। ਮੈਂ ਆਪਣੇ ਪਤੀ ਨੂੰ ਵੀ ਕੁਝ ਨਹੀਂ ਕਹਿ ਸਕਦੀ ਸੀ, ਕਿਉਂਕਿ ਜਦੋਂ ਵੀ ਉਹ ਮੇਰੇ ਨੇੜੇ ਆਉਂਦਾ ਸੀ ਤਾਂ ਉਹ ਨਸ਼ੇ ਵਿੱਚ ਹੁੰਦਾ ਸੀ। ਮੇਰੀ ਮਾਂ ਉਸ ਨੂੰ ਨਸ਼ੇ ਲਈ ਪੈਸੇ ਦਿੰਦੀ ਸੀ ਅਤੇ ਉਹ ਉਸ ਦੀ ਹਰ ਗੱਲ ਮੰਨਦਾ ਸੀ। ਉਸ ਨੂੰ ਮੇਰੇ ਨਾਲ ਤੇ ਨਾ ਹੀ ਮੇਰੇ ਬੱਚੇ ਨਾਲ ਕੋਈ ਮਤਲਬ ਸੀ। ਉਸ ਨੂੰ ਨਹੀਂ ਪਤਾ ਸੀ ਕਿ ਉਸ ਦਾ ਬੱਚਾ ਕਿੱਥੇ ਹੈ। ਹੁਣ ਮੈਨੂੰ ਇਹ ਕੰਮ ਕਰਦਿਆਂ ਕਈ ਸਾਲ ਹੋ ਗਏ ਸਨ। 15 ਸਾਲ ਦੀ ਉਮਰ ਤੋਂ ਹੀ ਮੇਰੀ ਮਾਂ ਮੈਨੂੰ ਇਹ ਕੰਮ ਕਰਵਾ ਰਹੀ ਸੀ, ਪਰ ਮੇਰੀ ਮਾਂ ਦਾ ਲਾਲਚ ਮੁੱਕਣ ਵਾਲਾ ਨਹੀਂ ਸੀ। ਹੁਣ ਮੈਂ ਬਿਮਾਰ ਰਹਿਣ ਲੱਗੀ ਸੀ ਅਤੇ ਡਾਕਟਰ ਨੇ ਵੀ ਬੱਚੇ ਨੂੰ ਜਨਮ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਡਾਕਟਰ ਨੇ ਮੈਨੂੰ ਦੱਸਿਆ ਤੇ ਕਿਹਾ ਕਿ ਜੇ ਮੈਂ ਬੱਚੇ ਨੂੰ ਜਨਮ ਦਿੰਦੀ ਹਾਂ ਤਾਂ ਮੇਰੀ ਮੌਤ ਹੋ ਸਕਦੀ ਹੈ, ਕਿਉਂਕਿ ਮੈਂ ਅਜੇ ਛੋਟੀ ਸੀ। ਮੈਂ ਸਿਰਫ 25 ਸਾਲ ਦੀ ਉਮਰ ਵਿੱਚ ਕਈ ਬੱਚਿਆਂ ਨੂੰ ਜਨਮ ਦਿੱਤਾ ਸੀ। ਇਸੇ ਲਈ ਡਾਕਟਰ ਨੇ ਮੈਨੂੰ ਕਿਹਾ ਕਿ ਕੁਝ ਸਾਲ ਬੱਚੇ ਨਾ ਪੈਦਾ ਕਰੋ ਅਤੇ ਆਪਣਾ ਪੂਰਾ ਧਿਆਨ ਰੱਖੋ। ਜੇ ਮੈਂ ਅਜਿਹਾ ਨਹੀਂ ਕਰਦੀ ਤਾਂ ਮੈਂ ਮਰ ਵੀ ਸਕਦੀ ਹਾਂ। ਮੈਂ ਘਰ ਵਾਪਸ ਆ ਕੇ ਸੋਚ ਰਹੀ ਸੀ ਕਿ ਮੈਂ ਆਪਣੇ ਪਤੀ ਨੂੰ ਤਲਾਕ ਦੇ ਦੇਵਾਂਗੀ ਅਤੇ ਇੱਥੋਂ ਚਲੀ ਜਾਵਾਂਗੀ, ਕਿਉਂਕਿ ਵੈਸੇ ਵੀ ਉਹ ਸਿਰਫ ਨਾਮ ਵਿੱਚ ਹੀ ਮੇਰਾ ਪਤੀ ਸੀ। ਉਸ ਨੂੰ ਸਿਰਫ ਆਪਣੇ ਨਸ਼ੇ ਦੀ ਚਿੰਤਾ ਸੀ। ਮੈਂ ਅਜੇ ਠੀਕ ਮਹਿਸੂਸ ਨਹੀਂ ਕਰ ਰਹੀ ਸੀ। ਇਸੇ ਦੌਰਾਨ ਮੈਨੂੰ ਖਬਰ ਮਿਲੀ ਕਿ ਮੇਰੇ ਪਤੀ ਦਾ ਇੱਕ ਐਕਸੀਡੈਂਟ ਹੋ ਗਿਆ ਹੈ, ਜਿਸ ਵਿੱਚ ਉਹ ਬਹੁਤ ਜ਼ਿਆਦਾ ਸ਼ਰਾਬੀ ਹੋਣ ਕਾਰਨ ਆਪਣੀ ਜਾਨ ਗਵਾ ਬੈਠਾ ਹੈ। ਗੱਡੀ ਨਾਲ ਟਕਰਾ ਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਹੁਣ ਮੈਂ ਇੰਨੀ ਛੋਟੀ ਉਮਰ ਵਿੱਚ ਹੀ ਵਿਧਵਾ ਹੋ ਗਈ ਸੀ। ਮੈਨੂੰ ਪਤਾ ਸੀ ਕਿ ਮੇਰੀ ਮਾਂ ਦਾ ਲਾਲਚ ਜਲਦੀ ਖਤਮ ਨਹੀਂ ਹੋਵੇਗਾ।
ਉਹ ਮੇਰਾ ਵਿਆਹ ਕਿਸੇ ਨਾਲ ਕਰਵਾ ਦੇਵੇਗੀ ਅਤੇ ਮੈਨੂੰ ਉਹੀ ਕੰਮ ਤੇ ਲਗਾ ਦੇਵੇਗੀ। ਮੈਂ ਮਾਂ ਨੂੰ ਕਿਹਾ, ਮਾਂ ਮੈਂ ਤੈਨੂੰ ਇੰਨੇ ਪੈਸੇ ਕਮਾ ਦਿੱਤੇ ਹਨ ਕਿ ਤੁਸੀਂ ਮੇਰੀ ਇੱਕ ਛੋਟੀ ਜਿਹੀ ਗੱਲ ਨੂੰ ਸਵੀਕਾਰ ਨਹੀਂ ਕਰ ਸਕਦੀ। ਮੈਂ ਘੁੰਮਣ ਲਈ ਬਾਹਰ ਜਾਣਾ ਚਾਹੁੰਦੀ ਹਾਂ, ਮੈਂ ਦੁਨੀਆ ਨੂੰ ਦੇਖਣਾ ਚਾਹੁੰਦੀ ਹਾਂ। ਵੈਸੇ ਵੀ ਹੁਣ ਸਾਡੇ ਕੋਲ ਇੰਨੀ ਦੌਲਤ ਆ ਗਈ ਹੈ, ਅਸੀਂ ਆਪਣਾ ਇੱਕ ਬੰਗਲਾ ਖਰੀਦ ਸਕਦੇ ਹਾਂ। ਮੈਨੂੰ 1 ਸਾਲ ਦਾ ਸਮਾਂ ਦਿਓ। ਮੈਂ ਇਸ 1 ਸਾਲ ਵਿੱਚ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜੀਣਾ ਚਾਹੁੰਦੀ ਹਾਂ। ਉਸ ਤੋਂ ਬਾਅਦ ਮੈਂ ਉਹੀ ਕਰਾਂਗੀ ਜੋ ਤੁਸੀਂ ਮੈਨੂੰ ਕਹੋਗੇ। ਮਾਤਾ ਜੀ ਸ਼ਾਇਦ ਮੇਰੀ ਗੱਲ ਸਮਝ ਗਏ ਸਨ, ਕਿਉਂਕਿ ਡਾਕਟਰ ਨੇ ਵੀ ਕਿਹਾ ਸੀ ਕਿ ਜੇਕਰ ਮੈਂ ਹੁਣ ਬੱਚੇ ਨੂੰ ਜਨਮ ਦੇਵਾਂਗੀ ਤਾਂ ਮੇਰੀ ਜਾਨ ਨੂੰ ਖਤਰਾ ਹੋ ਸਕਦਾ ਹੈ ਅਤੇ ਮਾਂ ਮੇਰੀ ਜਾਨ ਦਾ ਖਤਰਾ ਨਹੀਂ ਉਠਾ ਸਕਦੀ ਸੀ, ਕਿਉਂਕਿ ਉਸ ਨੇ ਹੁਣ ਮੇਰੇ ਤੋਂ ਜ਼ਿਆਦਾ ਪੈਸੇ ਕਮਾਉਣੇ ਸਨ। ਇਸ ਲਈ ਮਾਂ ਨੇ ਕਿਹਾ, ਠੀਕ ਹੈ, ਪਰ ਮੈਂ ਵੀ ਤੁਹਾਡੇ ਨਾਲ ਜਾਵਾਂਗੀ ਅਤੇ ਵਾਪਸ ਆਉਣ ਤੋਂ ਬਾਅਦ ਤੁਸੀਂ ਉਹੀ ਕਰੋਗੇ ਜੋ ਮੈਂ ਤੁਹਾਨੂੰ ਕਰਨ ਲਈ ਕਹਾਂਗੀ। ਉਸ ਤੋਂ ਬਾਅਦ ਅਸੀਂ ਕਿਸੇ ਹੋਰ ਸ਼ਹਿਰ ਵਿੱਚ ਰਹਿਣ ਲਈ ਆ ਗਏ। ਮੈਂ ਇੱਥੇ ਆ ਕੇ ਬਹੁਤ ਖੁਸ਼ ਮਹਿਸੂਸ ਕੀਤਾ। ਮੈਂ ਆਪਣੀ ਪਿਛਲੀ ਜ਼ਿੰਦਗੀ ਭੁੱਲ ਗਈ ਸੀ। ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਜ਼ਿੰਦਗੀ ਇਸ ਤਰ੍ਹਾਂ ਵੀ ਹੁੰਦੀ ਹੈ। ਲੋਕ ਆਪਣੀ ਜ਼ਿੰਦਗੀ ਤੋਂ ਬਹੁਤ ਖੁਸ਼ ਹੋ ਸਕਦੇ ਹਨ। ਅੱਜ ਮੈਨੂੰ ਲੱਗਾ ਜਿਵੇਂ ਮੈਂ ਦੁਬਾਰਾ ਜਨਮ ਲਿਆ ਹੋਵੇ। ਮੈਨੂੰ ਇਸ ਸ਼ਹਿਰ ਵਿੱਚ ਪਹਿਲੀ ਵਾਰ ਪਿਆਰ ਹੋਇਆ। ਇੱਕ ਦਿਨ ਮੈਂ ਮਾਂ ਨਾਲ ਖਰੀਦਦਾਰੀ ਕਰਨ ਜਾ ਰਹੀ ਸੀ। ਰਸਤੇ ਵਿੱਚ ਇੱਕ ਕਾਰ ਨਾਲ ਮੇਰੀ ਟੱਕਰ ਹੋ ਗਈ। ਉੱਥੇ ਇੱਕ ਲੜਕੇ ਨੇ ਮੈਨੂੰ ਬਚਾਇਆ ਤੇ ਹਸਪਤਾਲ ਲੈ ਗਿਆ। ਉਸਨੇ ਮੇਰੇ ਪੱਟੀ ਕਰਵਾ ਦਿੱਤੀ। ਇਸ ਦੌਰਾਨ ਮਾਂ ਉੱਥੇ ਆ ਗਈ ਅਤੇ ਪਤਾ ਨਹੀਂ ਉਹ ਕਿੱਥੇ ਚਲਾ ਗਿਆ। ਮੈਂ ਉਸ ਬਾਰੇ ਸੋਚਦੀ ਰਹੀ। ਉਹ ਮੁੰਡਾ ਮੈਨੂੰ ਪਸੰਦ ਆ ਗਿਆ ਸੀ। ਜਿਵੇਂ ਉਹ ਮੈਨੂੰ ਆਪਣੀ ਗੋਦੀ ਵਿੱਚ ਚੁੱਕ ਕੇ ਹਸਪਤਾਲ ਲੈ ਕੇ ਆਇਆ। ਸਭ ਕੁਝ ਸੁਪਨੇ ਵਰਗਾ ਸੀ। ਮੈਂ ਸੋਚ ਰਹੀ ਸੀ ਕਿ ਪਤਾ ਨਹੀਂ ਮੈਂ ਉਸ ਨੂੰ ਦੁਬਾਰਾ ਮਿਲਾਂਗੀ ਜਾਂ ਨਹੀਂ। ਅਸੀਂ ਘਰ ਆ ਗਏ ਤੇ ਕੁਝ ਦਿਨ ਘਰ ਹੀ ਰਹੇ। ਬਾਅਦ ਵਿੱਚ ਜਦੋਂ ਮੈਂ ਇੱਕ ਦਿਨ ਖਰੀਦਦਾਰੀ ਕਰਨ ਗਈ ਤਾਂ ਉਹ ਮੁੰਡਾ ਮੈਨੂੰ ਇੱਕ ਕੱਪੜੇ ਦੀ ਦੁਕਾਨ ਤੇ ਦਿਖਾਈ ਦਿੱਤਾ। ਮੈਂ ਉਸ ਕੋਲ ਗਈ ਅਤੇ ਉਸ ਦਾ ਧੰਨਵਾਦ ਕੀਤਾ। ਉਸਨੇ ਮੇਰੇ ਵੱਲ ਦੇਖਿਆ ਅਤੇ ਮੁਸਕਰਾਇਆ। ਮੈਨੂੰ ਪੁੱਛਣ ਲੱਗਾ, ਤੁਸੀਂ ਹੁਣ ਕਿਵੇਂ ਹੋ? ਮੈਂ ਕਿਹਾ, ਮੈਂ ਠੀਕ ਹਾਂ। ਮੈਂ ਉਸ ਨੂੰ ਪੁੱਛਿਆ ਕਿ ਇਹ ਦੁਕਾਨ ਤੁਹਾਡੀ ਹੈ? ਤਾਂ ਉਸਨੇ ਕਿਹਾ, ਹਾਂ, ਇਹ ਦੁਕਾਨ ਮੇਰੀ ਹੀ ਹੈ। ਅਜੇ ਮੈਂ ਉਸ ਨਾਲ ਗੱਲ ਕਰ ਰਹੀ ਸੀ ਕਿ ਮਾਂ ਉੱਥੇ ਆ ਗਈ ਅਤੇ ਮੈਨੂੰ ਪੁੱਛਣ ਲੱਗੀ ਕਿ ਤੁਸੀਂ ਕਿਸ ਨਾਲ ਗੱਲ ਕਰ ਰਹੇ ਹੋ? ਮੈਂ ਕਿਹਾ, ਮਾਂ, ਇਹ ਉਹੀ ਮੁੰਡਾ ਹੈ ਜਿਸ ਨੇ ਮੇਰੀ ਜਾਨ ਬਚਾਈ ਅਤੇ ਮੈਨੂੰ ਹਸਪਤਾਲ ਲੈ ਗਿਆ। ਉਸ ਦੀ ਕੱਪੜੇ ਦੀ ਦੁਕਾਨ ਹੈ। ਮੈਂ ਉਸ ਨੂੰ ਕੱਪੜੇ ਦਿਖਾਉਣ ਲਈ ਕਹਿ ਰਹੀ ਸੀ। ਮਾਂ ਨੇ ਕਿਹਾ, ਤੈਨੂੰ ਕੋਈ ਸੂਟ ਪਸੰਦ ਆਇਆ? ਮੈਂ ਕਿਹਾ, ਹਾਂ, ਮੈਨੂੰ ਇਹ ਸੂਟ ਬਹੁਤ ਪਸੰਦ ਆਇਆ। ਮਾਂ ਨੇ ਮੈਨੂੰ ਉਹ ਸੂਟ ਦਿਵਾਇਆ ਤੇ ਅਸੀਂ ਘਰ ਵਾਪਸ ਆ ਗਏ। ਉਸ ਲੜਕੇ ਦਾ ਨਾਂ ਜਗਵੀਰ ਸੀ। ਮੈਂ ਘਰ ਆ ਕੇ ਵੀ ਜਗਵੀਰ ਬਾਰੇ ਸੋਚ ਰਹੀ ਸੀ। ਸ਼ਾਇਦ ਮੈਨੂੰ ਜਗਵੀਰ ਨਾਲ ਪਿਆਰ ਹੋ ਗਿਆ ਸੀ, ਪਰ ਮੈਂ ਜਾਣਨਾ ਚਾਹੁੰਦੀ ਸੀ ਉਹ ਵੀ ਮੈਨੂੰ ਪਿਆਰ ਕਰਦਾ ਹੈ ਜਾਂ ਨਹੀਂ। ਇੱਕ ਦਿਨ ਜਗਵੀਰ ਨੇ ਮੈਨੂੰ ਫੋਨ ਕਰਕੇ ਮਿਲਣ ਲਈ ਕਿਹਾ। ਮੈਂ ਆਪਣੀ ਮਾਂ ਨੂੰ ਦੱਸੇ ਬਿਨਾਂ ਜਗਵੀਰ ਨੂੰ ਮਿਲਣ ਚਲੀ ਗਈ। ਹੁਣ ਮੈਂ ਅਕਸਰ ਜਗਵੀਰ ਨੂੰ ਮਿਲਣ ਜਾਂਦੀ ਅਤੇ ਉਸ ਨਾਲ ਫੋਨ ਤੇ ਵੀ ਗੱਲ ਕਰਦੀ, ਪਰ ਮਾਂ ਨੂੰ ਇਸ ਸਭ ਬਾਰੇ ਕੁਝ ਪਤਾ ਨਹੀਂ ਸੀ। ਜਗਵੀਰ ਬਹੁਤ ਚੰਗਾ ਮੁੰਡਾ ਸੀ। ਉਸ ਦੀ ਕੱਪੜੇ ਦੀ ਦੁਕਾਨ ਸੀ। ਉਹ ਇਸ ਸ਼ਹਿਰ ਵਿੱਚ ਆਪਣੇ ਮਾਤਾ-ਪਿਤਾ ਨਾਲ ਰਹਿੰਦਾ ਸੀ। ਜਗਵੀਰ ਨੇ ਮੈਨੂੰ ਵਿਆਹ ਲਈ ਕਿਹਾ ਤਾਂ ਮੈਂ ਉਸ ਨੂੰ ਹਾਂ ਕਹਿ ਦਿੱਤੀ। ਜਦੋਂ ਮਾਂ ਨੂੰ ਇਸ ਗੱਲ ਦਾ ਪਤਾ ਲੱਗਾ, ਗੁੱਸੇ ਹੋ ਗਈ ਤੇ ਕਿਹਾ ਕਿ ਤੁਸੀਂ ਅੱਜ ਤੋਂ ਬਾਅਦ ਜਗਵੀਰ ਨਾਲ ਗੱਲ ਨਹੀਂ ਕਰੋਗੇ। ਮੈਂ ਇਹ ਸਭ ਜਗਵੀਰ ਨੂੰ ਦੱਸਿਆ। ਜਗਵੀਰ ਨੇ ਕਿਹਾ, ਚਿੰਤਾ ਨਾ ਕਰੋ, ਮੈਂ ਆਪ ਤੇਰੀ ਮਾਂ ਨਾਲ ਗੱਲ ਕਰਾਂਗਾ। ਜਦੋਂ ਜਗਵੀਰ ਨੇ ਮੇਰੀ ਮਾਂ ਨਾਲ ਗੱਲ ਕੀਤੀ ਤਾਂ ਉਸਨੇ ਸਾਡੇ ਵਿਆਹ ਲਈ ਹਾਂ ਕਰ ਦਿੱਤੀ। ਮੈਂ ਇਹ ਦੇਖ ਕੇ ਬਹੁਤ ਹੈਰਾਨ ਹੋਈ ਕਿ ਜਗਵੀਰ ਨੇ ਮਾਂ ਨੂੰ ਇੰਨੀ ਜਲਦੀ ਕਿਵੇਂ ਮਨਾ ਲਿਆ। ਉਹ ਮੇਰੇ ਤੋਂ ਕੋਈ ਹੋਰ ਕੰਮ ਕਰਵਾਉਣਾ ਚਾਹੁੰਦੀ ਸੀ। ਅਗਲੇ ਦਿਨ ਜਗਵੀਰ ਸਾਡੇ ਵਿਆਹ ਦੀ ਗੱਲ ਕਰਨ ਸਾਡੇ ਘਰ ਆਇਆ। ਉਸਨੇ ਕਿਹਾ ਕਿ ਅਸੀਂ ਹਫ਼ਤੇ ਬਾਅਦ ਹੀ ਵਿਆਹ ਕਰਵਾ ਲੈਂਦੇ ਹਾਂ। ਮਾਂ ਨੇ ਅਫਸੋਸ ਨਾਲ ਕਿਹਾ ਕਿ ਤੁਹਾਡੀ ਮਰਜ਼ੀ ਅਨੁਸਾਰ ਠੀਕ ਹੈ। ਮੈਂ ਬਹੁਤ ਖੁਸ਼ ਸੀ ਕਿ ਮੇਰਾ ਜਗਵੀਰ ਨਾਲ ਵਿਆਹ ਹੋ ਰਿਹਾ ਹੈ। ਮੈਂ ਆਪਣੇ ਵਿਆਹ ਦੀ ਸਾਰੀ ਖਰੀਦਦਾਰੀ ਜਗਵੀਰ ਨਾਲ ਹੀ ਕੀਤੀ ਸੀ। ਜਗਵੀਰ ਦੇ ਘਰ ਵੀ ਗਈ ਸੀ ਅਤੇ ਉਸ ਦੇ ਮਾਤਾ-ਪਿਤਾ ਨੂੰ ਵੀ ਮਿਲੀ ਸੀ। ਉਸ ਦੇ ਮਾਪੇ ਵੀ ਬਹੁਤ ਚੰਗੇ ਸਨ। ਮਾਂ ਮੇਰੇ ਵਿਆਹ ਤੋਂ ਖੁਸ਼ ਨਹੀਂ ਸੀ, ਪਰ ਹੁਣ ਮੈਨੂੰ ਆਪਣੇ ਪਤੀ ਲਈ ਜ਼ਿੰਦਗੀ ਜਿਉਣਾ ਸੀ। ਮੈਂ ਆਪਣੀ ਮਾਂ ਲਈ ਬਹੁਤ ਜਿਉਣ ਲਈ ਸੀ। ਮੈਂ ਜਗਵੀਰ ਨੂੰ ਆਪਣੇ ਅਤੀਤ ਬਾਰੇ ਕੁਝ ਨਹੀਂ ਦੱਸਿਆ ਅਤੇ ਆਪਣੀ ਮਾਂ ਨੂੰ ਵੀ ਕਿਹਾ ਕਿ ਉਹ ਜਗਵੀਰ ਨੂੰ ਸਾਡੇ ਬਾਰੇ ਕੁਝ ਨਾ ਦੱਸੇ। ਆਖਿਰ ਉਹ ਦਿਨ ਆ ਹੀ ਗਿਆ ਜਿਸ ਦਿਨ ਦਾ ਮੈਂ ਬੇਸਬਰੀ ਨਾਲ ਉਡੀਕ ਕਰ ਰਹੀ ਸੀ।
ਅੱਜ ਮੇਰਾ ਤੇ ਜਗਵੀਰ ਦਾ ਵਿਆਹ ਸੀ। ਮੈਂ ਦੁਲਹਨ ਬਣ ਕੇ ਜਗਵੀਰ ਦੀ ਉਡੀਕ ਕਰ ਰਹੀ ਸੀ। ਉਦੋਂ ਹੀ ਮਾਂ ਨੇ ਆ ਕੇ ਦੱਸਿਆ ਕਿ ਜਗਵੀਰ ਨੂੰ ਸਾਡੇ ਬਾਰੇ ਸਭ ਕੁਝ ਪਤਾ ਲੱਗ ਗਿਆ ਹੈ ਅਤੇ ਉਹ ਸਾਨੂੰ ਧੋਖਾਧੜੀ ਦੇ ਦੋਸ਼ ਵਿੱਚ ਪੁਲਿਸ ਨੂੰ ਫੜਾ ਰਿਹਾ ਹੈ। ਪਤਾ ਨਹੀਂ ਕਿਸ ਨੇ ਜਗਵੀਰ ਨੂੰ ਸੱਚ ਦੱਸ ਦਿੱਤਾ ਅਤੇ ਉਹ ਸਾਨੂੰ ਗ੍ਰਿਫਤਾਰ ਕਰਨ ਲਈ ਆਪਣੇ ਨਾਲ ਪੁਲਿਸ ਲੈ ਆ ਰਿਹਾ ਹੈ। ਮੈਂ ਜਗਵੀਰ ਨੂੰ ਬਹੁਤ ਪਿਆਰ ਕਰਦੀ ਸੀ ਅਤੇ ਉਸ ਦੀਆਂ ਅੱਖਾਂ ਵਿੱਚ ਮੇਰੇ ਲਈ ਨਫ਼ਰਤ ਨਹੀਂ ਦੇਖ ਸਕਦੀ ਸੀ। ਇਸ ਲਈ ਮੈਂ ਆਪਣੀ ਮਾਂ ਨਾਲ ਉੱਥੋਂ ਭੱਜ ਗਈ। ਮਾਂ ਨੂੰ ਪੁੱਛਿਆ ਕਿ ਮਾਂ ਬੱਸ ਕਦੋਂ ਆਵੇਗੀ। ਮਾਂ ਵੀ ਬੜੀ ਬੇਚੈਨੀ ਨਾਲ ਬੱਸ ਦੀ ਉਡੀਕ ਕਰ ਰਹੀ ਸੀ। ਇਸ ਦੌਰਾਨ ਜਗਵੀਰ ਪੁਲਿਸ ਨਾਲ ਉੱਥੇ ਪਹੁੰਚ ਗਿਆ। ਮੈਂ ਜਗਵੀਰ ਨਾਲ ਅੱਖਾਂ ਨਹੀਂ ਮਿਲਾ ਸਕੀ। ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸ ਨੂੰ ਫੜ ਲਿਆ ਅਤੇ ਹੱਥਕੜੀ ਲਗਾ ਦਿੱਤੀ। ਪਰ ਹੈਰਾਨੀ ਦੀ ਗੱਲ ਇਹ ਸੀ ਕਿ ਪੁਲਿਸ ਨੇ ਮੈਨੂੰ ਹੱਥਕੜੀ ਨਹੀਂ ਲਗਾਈ। ਜਗਵੀਰ ਨੇ ਪੁਲਿਸ ਵਾਲਿਆਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਉਹਨਾਂ ਨੂੰ ਲੈ ਜਾਓ ਅਤੇ ਅੱਗੇ ਵਧੋ। ਮੈਂ ਆਪਣੀ ਹੋਣ ਵਾਲੀ ਪਤਨੀ ਨਾਲ ਪਿੱਛੇ ਆ ਰਿਹਾ। ਜਗਵੀਰ ਦੀ ਇਹ ਗੱਲ ਸੁਣ ਕੇ ਮੈਂ ਉਸ ਦੇ ਚਿਹਰੇ ਵੱਲ ਦੇਖਿਆ। ਮੇਰੇ ਵਿੱਚ ਉਸ ਨੂੰ ਸਵਾਲ ਕਰਨ ਦੀ ਹਿੰਮਤ ਨਹੀਂ ਸੀ। ਮੈਂ ਸੋਚ ਰਹੀ ਸੀ ਕਿ ਸ਼ਾਇਦ ਮੇਰਾ ਪਿਆਰ ਨੇ ਜਗਵੀਰ ਨੂੰ ਪਿਘਲਾ ਦਿੱਤਾ ਹੈ ਅਤੇ ਉਸਨੇ ਮੈਨੂੰ ਮਾਫ਼ ਕਰ ਦਿੱਤਾ ਹੈ। ਜਗਵੀਰ ਨੇ ਮੈਨੂੰ ਕਾਰ ਵਿੱਚ ਬਿਠਾ ਦਿੱਤਾ ਅਤੇ ਅਸੀਂ ਥਾਣੇ ਵੱਲ ਜਾਣ ਲੱਗੇ। ਰਸਤੇ ਵਿੱਚ ਮੈਨੂੰ ਅਜੀਬ ਖਿਆਲ ਆ ਰਹੇ ਸਨ ਕਿ ਮੈਂ ਜਗਵੀਰ ਵੱਲ ਦੇਖਿਆ ਪਰ ਉਸ ਨੂੰ ਕੁਝ ਪੁੱਛਣ ਦੀ ਹਿੰਮਤ ਨਾ ਪਈ। ਆਖਿਰ ਪੁੱਛਦੀ ਵੀ ਕਿਵੇਂ। ਮੈਂ ਜਗਵੀਰ ਤੋਂ ਇੰਨਾ ਵੱਡਾ ਸੱਚ ਲੁਕਾਇਆ ਸੀ। ਮੈਂ ਵੀ ਸਜ਼ਾ ਦੀ ਹੱਕਦਾਰ ਸੀ। ਜਦੋਂ ਅਸੀਂ ਥਾਣੇ ਪਹੁੰਚੇ ਤਾਂ ਮਾਂ ਪੁੱਛ ਰਹੀ ਸੀ ਕਿ ਮੈਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮੇਰਾ ਕੀ ਕਸੂਰ ਹੈ। ਤਾਂ ਜਗਵੀਰ ਨੇ ਕਿਹਾ ਕਿ ਤੁਹਾਨੂੰ ਗ੍ਰਿਫਤਾਰ ਕਰ ਲਿਆ ਹੈ ਪੈਸਿਆਂ ਦੇ ਲਾਲਚ ਵਿੱਚ ਆਪਣੀ 15 ਸਾਲ ਦੀ ਧੀ ਦਾ ਬਚਪਨ ਬਰਬਾਦ ਕਰਕੇ ਛੋਟੇ ਬੱਚਿਆਂ ਨੂੰ ਵੇਚਣ ਦੇ ਜੁਰਮ ਵਿੱਚ। ਮੈਂ ਹੈਰਾਨੀ ਨਾਲ ਜਗਵੀਰ ਵੱਲ ਦੇਖਿਆ ਅਤੇ ਉਸ ਨੂੰ ਪੁੱਛਿਆ ਕਿ ਤੈਨੂੰ ਇਹ ਸਭ ਕਿਵੇਂ ਪਤਾ ਲੱਗਾ। ਉਸ ਨੇ ਮੈਨੂੰ ਦੱਸਿਆ ਕਿ ਮੈਂ ਉਸ ਦਿਨ ਤੇਰੀ ਮਾਂ ਨੂੰ ਦੁਕਾਨ 'ਤੇ ਪਛਾਣ ਲਿਆ ਸੀ ਪਰ ਮੈਂ ਅਤੇ ਤੇਰੀ ਮਾਂ ਨੇ ਤੈਨੂੰ ਨਹੀਂ ਦੱਸਿਆ ਸੀ। ਮੈਂ ਬਹੁਤ ਗਰੀਬ ਸੀ। ਮੇਰੇ ਪਿਤਾ ਜੀ ਕੰਮ ਕਰਕੇ ਘਰ ਚਲਾਉਂਦੇ ਸਨ ਪਰ ਪਿਤਾ ਜੀ ਦੇ ਐਕਸੀਡੈਂਟ ਤੋਂ ਬਾਅਦ ਸਾਰੇ ਘਰ ਦੀ ਜ਼ਿੰਮੇਵਾਰੀ ਮੇਰੇ 'ਤੇ ਆ ਗਈ। ਇਸੇ ਲਈ ਮੈਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਮੈਨੂੰ ਕਦੇ ਕੰਮ ਮਿਲ ਜਾਂਦਾ ਤੇ ਕਦੇ ਨਾ ਮਿਲਦਾ। ਇਸ ਦੌਰਾਨ ਮੈਂ ਤੁਹਾਡੀ ਮਾਂ ਨੂੰ ਮਿਲਿਆ। ਉਸਨੇ ਮੈਨੂੰ ਕਿਹਾ ਕਿ ਤੇਰੇ ਲਈ ਇੱਕ ਕੰਮ ਹੈ, ਬਦਲੇ ਵਿੱਚ ਮੈਂ ਤੁਹਾਨੂੰ ਪੈਸੇ ਦੇਵਾਂਗੀ। ਮੈਂ ਪੁੱਛਿਆ ਕੀ ਕੰਮ ਹੈ ਤਾਂ ਉਸ ਨੇ ਮੈਨੂੰ ਕਿਹਾ ਕਿ ਤੁਸੀਂ ਮੇਰੀ ਧੀ ਨਾਲ ਵਿਆਹ ਕਰਕੇ ਉਸ ਨੂੰ ਗਰਭਵਤੀ ਕਰ ਦੇਣਾ ਹੈ ਪਰ ਉਸ ਬੱਚੇ ਅਤੇ ਮੇਰੀ ਧੀ 'ਤੇ ਤੁਹਾਡਾ ਕੋਈ ਹੱਕ ਨਹੀਂ ਹੋਵੇਗਾ। ਬਦਲੇ ਵਿੱਚ ਮੈਂ ਤੁਹਾਨੂੰ ਪੈਸੇ ਦੇਵਾਂਗੀ। ਪਹਿਲਾਂ ਤਾਂ ਮੈਂ ਇਸ ਨੌਕਰੀ ਤੋਂ ਇਨਕਾਰ ਕਰ ਦਿੱਤਾ ਪਰ ਫਿਰ ਆਪਣੇ ਘਰ ਦੀ ਹਾਲਤ ਦੇਖ ਕੇ ਮੈਂ ਉਸ ਦੀ ਸਲਾਹ ਮੰਨਣ ਲਈ ਮਜਬੂਰ ਹੋ ਗਿਆ। ਫਿਰ ਮੈਂ ਤੇਰੇ ਨਾਲ ਵਿਆਹ ਕਰਵਾ ਲਿਆ। ਮੈਨੂੰ ਤੇਰੇ 'ਤੇ ਬਹੁਤ ਤਰਸ ਆਇਆ ਪਰ ਮੈਂ ਸੋਚਦਾ ਸੀ ਕਿ ਸ਼ਾਇਦ ਤੂੰ ਵੀ ਆਪਣੀ ਮਾਂ ਨਾਲ ਰਲੀ ਹੋਈ ਹੈ। ਵਿਆਹ ਹੋਣ ਤੋਂ ਬਾਅਦ ਮੈਨੂੰ ਤੁਹਾਡੇ ਨਾਲ ਪਿਆਰ ਹੋ ਗਿਆ ਅਤੇ ਮੈਂ ਤੁਹਾਡੀ ਮਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਆਪਣੀ ਦੁਲਹਨ ਦੇ ਰੂਪ ਵਿੱਚ ਆਪਣੇ ਘਰ ਲੈ ਕੇ ਜਾਣਾ ਚਾਹੁੰਦਾ ਹਾਂ ਅਤੇ ਆਪਣੀ ਜ਼ਿੰਦਗੀ ਇੱਜ਼ਤ ਨਾਲ ਬਤੀਤ ਕਰਨਾ ਚਾਹੁੰਦਾ ਹਾਂ। ਪਰ ਤੁਹਾਡੀ ਮਾਂ ਨੇ ਸਾਫ਼ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਮੇਰੀ ਧੀ ਨੂੰ ਤਲਾਕ ਦੇ ਦਿਓ। ਤੁਹਾਡੀ ਮਾਂ ਨੇ ਕਿਹਾ ਕਿ ਤੁਸੀਂ ਮੇਰੇ ਨਾਲ ਨਹੀਂ ਰਹਿਣਾ ਚਾਹੁੰਦੇ। ਇਸ ਲਈ ਮੈਂ ਤਲਾਕ ਦੇ ਕਾਗਜ਼ਾਂ 'ਤੇ ਦਸਤਖਤ ਕਰ ਦਿੱਤੇ ਕਿਉਂਕਿ ਮੈਂ ਤੁਹਾਨੂੰ ਜ਼ਬਰਦਸਤੀ ਆਪਣੇ ਨਾਲ ਨਹੀਂ ਰੱਖਣਾ ਚਾਹੁੰਦਾ ਸੀ ਪਰ ਮੈਂ ਅਜੇ ਬੱਚਿਆਂ ਨੂੰ ਜਨਮ ਦੇ ਕੇ ਛੱਡ ਵੀ ਨਹੀਂ ਸਕਦਾ ਸੀ। ਇਸ ਲਈ ਮੈਂ ਤੁਹਾਡੇ ਤੋਂ ਦੂਰ ਜਾਣ ਦਾ ਫੈਸਲਾ ਕੀਤਾ ਅਤੇ ਇੱਥੇ ਇਸ ਸ਼ਹਿਰ ਵਿੱਚ ਕੰਮ ਕਰਨ ਲਈ ਆਇਆ। ਮੈਂ ਦਿਨ ਰਾਤ ਮਿਹਨਤ ਕਰਕੇ ਆਪਣੀ ਦੁਕਾਨ ਖਰੀਦੀ ਪਰ ਮੈਂ ਤੈਨੂੰ ਭੁੱਲ ਨਾ ਸਕਿਆ। ਮੈਂ ਤਾਂ ਰੱਬ ਅੱਗੇ ਅਰਦਾਸ ਹੀ ਕਰਦਾ ਰਿਹਾ ਕਿ ਤੂੰ ਮੈਨੂੰ ਆਖਰੀ ਵਾਰ ਮਿਲੇ। ਮੈਂ ਤੈਨੂੰ ਮਿਲ ਗਿਆ। ਜਦੋਂ ਮੈਂ ਤੇਰੀ ਮਾਂ ਨੂੰ ਤੇਰੇ ਨਾਲ ਵਿਆਹ ਕਰਵਾਉਣ ਲਈ ਕਿਹਾ ਤਾਂ ਉਹ ਪਿਛਲੀਆਂ ਸ਼ਰਤਾਂ 'ਤੇ ਹੀ ਮੈਨੂੰ ਆਪਣਾ ਜਵਾਈ ਬਣਾਉਣ ਲਈ ਰਾਜ਼ੀ ਹੋ ਗਈ ਪਰ ਹੁਣ ਮੈਂ ਪਹਿਲਾਂ ਵਾਂਗ ਮਜਬੂਰ ਨਹੀਂ ਸੀ। ਇਸੇ ਲਈ ਤੇਰੀ ਮਾਂ ਚਾਹੁੰਦੀ ਸੀ ਕਿ ਸਾਡਾ ਕਿਸੇ ਵੀ ਤਰ੍ਹਾਂ ਵਿਆਹ ਨਾ ਹੋਵੇ। ਉਹ ਤੁਹਾਡੇ ਤੋਂ ਇਸ ਤਰ੍ਹਾਂ ਪੈਸੇ ਕਮਾਉਂਦੀ ਰਹੀ। ਇਸ ਲਈ ਮੈਂ ਪੁਲਿਸ ਨੂੰ ਸਾਰੀ ਗੱਲ ਦੱਸੀ। ਜਦੋਂ ਮੈਂ ਪੁਲਿਸ ਨੂੰ ਸਭ ਕੁਝ ਦੱਸ ਰਿਹਾ ਸੀ ਤਾਂ ਤੁਹਾਡੀ ਮਾਂ ਨੇ ਸੁਣ ਲਿਆ ਅਤੇ ਉਹ ਤੁਹਾਡੇ ਨਾਲ ਭੱਜ ਰਹੀ ਸੀ। ਇਸ ਲਈ ਅਸੀਂ ਤੁਹਾਡਾ ਪਿੱਛਾ ਕਰ ਰਹੇ ਸੀ। ਇੱਥੇ ਤੱਕ ਪਹੁੰਚ ਕੇ ਜਗਵੀਰ ਦੀ ਸਾਰੀ ਗੱਲ ਸੁਣ ਕੇ ਮੈਨੂੰ ਪਤਾ ਲੱਗਾ ਕਿ ਜਗਵੀਰ ਮੇਰਾ ਪਹਿਲਾ ਪਤੀ ਸੀ। ਮੈਨੂੰ ਇਹ ਸੁਣ ਕੇ ਬਹੁਤ ਖੁਸ਼ੀ ਹੋਈ ਪਰ ਮੈਂ ਜਗਵੀਰ ਨੂੰ ਕਿਹਾ ਕਿ ਮੇਰੀ ਮਾਂ ਹੁਣ ਜੇਲ੍ਹ ਵਿੱਚ ਰਹੇਗੀ
ਜਗਵੀਰ ਨੇ ਕਿਹਾ, ਚਿੰਤਾ ਨਾ ਕਰੋ, ਜਦੋਂ ਤੱਕ ਉਹਨਾਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਉਹਨਾਂ ਨੇ ਕੀ ਕੀਤਾ ਹੈ, ਉਦੋਂ ਤੱਕ ਉਹ ਜੇਲ੍ਹ ਵਿੱਚ ਰਹੇਗੀ ਅਤੇ ਫਿਰ ਮੈਂ ਉਸ ਨੂੰ ਰਿਹਾ ਕਰਵਾਵਾਂਗਾ। ਉਸ ਦਿਨ ਮੈਂ ਅਤੇ ਜਗਵੀਰ ਨੇ ਮੰਦਰ ਵਿੱਚ ਵਿਆਹ ਕਰ ਲਿਆ। ਜਗਵੀਰ ਅਤੇ ਮੈਂ ਇਕੱਠੇ ਬਹੁਤ ਖੁਸ਼ ਸੀ। ਮੈਂ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਉਸਨੇ ਮੈਨੂੰ ਨਰਕ ਭਰੀ ਜ਼ਿੰਦਗੀ ਤੋਂ ਬਾਹਰ ਕੱਢਿਆ ਅਤੇ ਮੈਨੂੰ ਅਜੇ ਚੰਗੇ ਪਤੀ ਦਾ ਸਾਥ ਦਿੱਤਾ। ਜੇਕਰ ਦੋਸਤੋ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ। ਧੰਨਵਾਦ।